ਜਿਸ ਹਲਕੇ ਤੋਂ ਤੁਸੀਂ ਚੋਣ ਮੈਦਾਨ ਦੇ ਵਿੱਚੋਂ ਅਮਲੋਹ ਤੋਂ ਇੱਥੇ ਤਾਂ ਪਹਿਲਾਂ ਵਿਧਾਇਕ ਵੀ ਨੇ, ਉਹ ਤੋਂ ਪਹਿਲਾਂ ਨਾਭੇ ਵਿਧਾਇਕ ਹੁੰਦੇ ਸੀ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਕਾਕਾ ਰਣਦੀਪ ਸਿੰਘ ਨਾਭਾ। ਕੀ ਕਾਰਨ ਤੁਸੀਂ ਉਹਨਾਂ ਦੇ ਖਿਲਾਫ ਚੋਣ ਲੜਨ ਦਾ ਤਹੀਆ ਕੀਤਾ? ਇੱਕ ਪਾਸੇ ਇੱਕ ਆਮ ਮੁੰਡਾ ਬਾਹਰ ਦੀ ਵਿਦੇਸ਼ ਦੀ ਧਰਤੀ ਤੇ ਜਾ ਕੇ ਪੜ੍ਹ ਕੇ ਲਿਖ ਕੇ ਫਿਰ ਵਾਪਸ ਗਿਆ ਹੋਵੇ, ਕਿਉਂਕਿ ਉਹਨਾਂ ਕੋਲ ਸਰਕਾਰੀ ਤੰਤਰ ਵੀ, ਮਸ਼ੀਨਰੀ ਵੀ, ਆਲੇ ਦੁਆਲੇ ਜਾਣ ਪਹਿਚਾਣ ਵੀ, ਇਹਦਾ ਕੋਈ ਫਾਇਦਾ ਹੋ ਸਕਦਾ ਤੁਹਾਨੂੰ ਜਾਂ ਨੁਕਸਾਨ ਹੋਏਗਾ ਜੀ? ਕੀ ਕਾਰਨ ਨੇ ਕਿ ਵਿਦੇਸ਼ ਦੀ ਇੰਗਲੈਂਡ ਦੀ ਧਰਤੀ ਤੇ ਪੜ੍ਹਨ ਤੋਂ ਬਾਅਦ ਤੁਸੀਂ ਫਿਰ ਪੰਜਾਬ ਨੂੰ ਚੂਜ਼ ਕੀਤਾ? ਆਮ ਆਦਮੀ ਪਾਰਟੀ ਹੀ ਜੁਆਇਨ ਕਰਨੀ ਕੀ ਕਾਰਨ ਹੈ? ਪਾਰਟੀ ਨੂੰ ਕੰਮ ਠੀਕ ਲੱਗਦਾ ਕਿ ਉਹ ਰਿਸਪੌਂਸਿਬਿਲਟੀ ਵਧਾਉਂਦੇ ਰਹੇ ਕਿ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾਂਦੀਆਂ ਨੇ। ਤੁਸੀਂ ਕਿੰਨੇ ਕੁ ਪੈਸੇ ਦਿੱਤੇ ਆ? ਖਰੀਦੀ ਆ ਜਾਂ ਆਪ ਦਿੱਤੀ ਜੀ ਟਿਕਟ? ਮੇਰੇ ਤੋਂ ਨਾ ਕਿਸੇ ਨੇ ਮੰਗੇ ਨੇ ਤੇ ਨਾ ਆਪਾਂ ਕਿਸੇ ਨੂੰ ਦਿੱਤੇ ਨੇ। ਮੰਨ ਲਓ ਕਿ ਤੁਹਾਨੂੰ ਹਲਕੇ ਦੇ ਲੋਕ ਜਿਤਾ ਦਿੰਦੇ ਆ, ਕਿ ਇਹੀ ਰੀਤ ਰਹੂ, ਇਸ ਰੀਤ ਨੂੰ ਅੱਗੇ ਵਧਾਓਗੇ? ਰਣਦੀਪ ਜਦੋਂ ਪਹਿਲੀ ਵਾਰ ਐਮਐਲਏ ਬਣੇ ਸੀ ਉਦੋਂ ਤੁਹਾਡੇ ਕੋਲ ਆਏ ਸੀ? ਜਦੋਂ ਬੰਦਾ ਇੱਕ ਵਾਰੀ ਸਿਆਸਤਦਾਨ ਬਣ ਜਾਂਦਾ ਹੈ ਫਿਰ ਉਹ ਕਹਿੰਦਾ ਨਾ, ਲੋਕਾਂ ਕੋਲ ਮੈਂ ਕਿਉਂ ਜਾਵਾਂ, ਲੋਕ ਮੇਰੇ ਕੋਲ ਆਉਣ। ਲੋਕਾਂ ਦੀ ਪਹੁੰਚ ਵਿੱਚ ਕਿਵੇਂ ਰਹੋਗੇ? ਇਹ ਤਾਂ ਨੀਅਤ ਦੀਆਂ ਗੱਲਾਂ ਨੇ ਕਿ ਕਿਹੜਾ ਬੰਦਾ ਕਿਹੜੀ ਨੀਅਤ ਲੈ ਕੇ ਪੋਲਿਟਿਕਸ 'ਚ ਆਇਆ ਹੈ। ਹਲਕਾ ਅਮਲੋਹ ਦੇ ਜਿਹੜੇ ਵੋਟਰ ਨੇ ਉਹ ਬਾਕੀਆਂ ਨੂੰ ਛੱਡ ਗੈਰੀ ਵੜਿੰਗ ਨੂੰ ਵੋਟ ਕਿਉਂ ਪਾਉਣ? ਇਹ ਤਾਂ ਹੁਣ ਲੋਕਾਂ ਨੇ ਜੱਜ ਕਰਨਾ ਹੈ ਕਿ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਦਾ ਕਿ ਨਹੀਂ। ਹੁਣ ਜੇ ਕੱਲ੍ਹ ਨੂੰ ਤੁਸੀਂ ਐਮਐਲਏ ਚੁਣੇ ਜਾਂਦੇ ਹੋ, ਤੁਹਾਡੇ ਹਲਕੇ ਦੇ ਜਿਹੜੇ ਸਾਬਕਾ ਵਿਧਾਇਕ ਹੋਣਗੇ, ਜਿਹੜੇ ਮੰਤਰੀ ਦੇ ਅਹੁਦੇ ਤੇ ਰਹੇ, ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੇ ਵਿੱਚ ਆਪਣਾ ਯੋਗਦਾਨ ਕਿਵੇਂ ਪਾਇਆ ਜਾਂ ਪਵਾਇਆ, ਕੀ ਜਾਂਚ ਪੜਤਾਲ ਕਰਵਾਓਗੇ? ਪੰਜਾਬ ਦੇ ਖਜ਼ਾਨੇ ਦੀ ਜਿਹੜੀ ਲੁੱਟ ਆ ਉਹ ਦੋ ਤਰੀਕੇ ਨਾਲ ਹੁੰਦੀ ਹੈ। ਜਿੰਨੇ ਮੈਕਸਿਮਮ ਜਿਹੜੇ ਇਹ ਘੁਟਾਲੇ ਨੇ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਐਵੀਡੈਂਸ ਇਕੱਠਾ ਹੋਊਗਾ ਉਹਨਾਂ ਤੇ ਇਨਕੁਆਇਰੀ ਜ਼ਰੂਰ ਕਰਾਈ ਜਾਊਗੀ। TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਇਲੈਕਸ਼ਨ 2022 ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਉਰਫ ਗੈਰੀ ਵੜਿੰਗ ਹੋਰਾਂ ਦੇ ਨਾਲ। ਪੜ੍ਹੇ ਲਿਖੇ ਨੌਜਵਾਨ ਨੇ। ਆਮ ਤੌਰ ਤੇ ਇਸ ਵਕਤ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ, ਕੋਈ ਰੋਜ਼ੀ ਰੋਟੀ ਵਾਸਤੇ ਤੇ ਕੋਈ ਪੜ੍ਹਨ ਲਿਖਣ ਦੇ ਵਾਸਤੇ। ਗੈਰੀ ਵੜਿੰਗ ਯੂਨੀਵਰਸਿਟੀ ਆਫ ਆਕਸਫੋਰਡ ਇੰਗਲੈਂਡ ਦੇ ਪੜ੍ਹੇ ਲਿਖੇ ਨੇ। ਇਹਨਾਂ ਕੋਲੋਂ ਇਹ ਵੀ ਸਵਾਲ ਪੁੱਛਾਂਗੇ ਚੱਲ ਕੇ ਕਿ ਕੀ ਕਾਰਨ ਜਵਾਨੀ ਬਾਹਰ ਨੂੰ ਆ ਰਹੀ ਹੈ ਤੇ ਤੁਸੀਂ ਬਾਹਰ ਪੜ੍ਹ ਕੇ ਫਿਰ ਪੰਜਾਬ ਦੇ ਵਿੱਚ ਇੱਕ ਮੰਤਰੀ ਦੇ ਖਿਲਾਫ ਚੋਣ ਲੜ ਰਹੇ ਹੋ। ਆਓ ਸਭ ਤੋਂ ਪਹਿਲਾਂ ਗੈਰੀ ਵੜਿੰਗ ਦਾ ਸਵਾਗਤ ਕਰਦੇ ਹਾਂ। ਗੈਰੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ, ਮੇਰੇ ਵੱਲੋਂ ਤੁਹਾਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ, TVN ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੈਰੀ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਵਕਤ ਚੋਣ ਮੈਦਾਨ ਭਖਿਆ ਹੋਇਆ ਹੈ। ਆਮ ਤੌਰ ਤੇ ਲੋਕ ਸੇਫ ਸੀਟ ਲੱਭਦੇ ਹੁੰਦੇ ਹੈ, ਪਰ ਜਿਸ ਹਲਕੇ ਤੋਂ ਤੁਸੀਂ ਚੋਣ ਮੈਦਾਨ ਦੇ ਵਿੱਚੋਂ ਅਮਲੋਹ ਤੋਂ ਇੱਥੇ ਤਾਂ ਪਹਿਲਾਂ ਵਿਧਾਇਕ ਵੀ ਨੇ, ਉਹ ਤੋਂ ਪਹਿਲਾਂ ਨਾਭੇ ਵਿਧਾਇਕ ਹੁੰਦੇ ਸੀ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਕਾਕਾ ਰਣਦੀਪ ਸਿੰਘ ਨਾਭਾ। ਕੀ ਕਾਰਨ ਤੁਸੀਂ ਉਹਨਾਂ ਦੇ ਖਿਲਾਫ ਚੋਣ ਲੜਨ ਦਾ ਤਹੀਆ ਕੀਤਾ? ਨਹੀਂ, ਇਹਦੇ ਵਿੱਚ ਕੋਈ ਸੇਫ ਜਾਂ ਹਾਰਡ ਸੀਟ ਵਾਲੀ ਗੱਲ ਨਹੀਂ ਹੈ। ਦੇਖੋ ਜੀ, ਇਹ ਮੇਰਾ ਪੁਸ਼ਤੈਨੀ ਹਲਕਾ ਹੈ, ਮੇਰਾ ਪਿੰਡ, ਮੇਰੇ ਨਾਨਕੇ, ਮੇਰਾ ਜਨਮ, ਮੇਰੀ ਜ਼ਮੀਨ ਜਾਇਦਾਦ, ਮੇਰਾ ਸਾਰਾ ਕੁਛ ਹੀ ਰਿਲੇਸ਼ਨ ਸਾਰੇ ਇਸੇ ਹਲਕੇ 'ਚ ਨੇ। ਤਾਂ ਦਿਸ ਵਾਜ਼ ਅ ਨੈਚੁਰਲ ਚੁਆਇਸ। ਇੱਥੋਂ ਹੀ ਲੜਨਾ ਬਣਦਾ ਸੀ, ਇੱਥੇ ਦਾ ਹੀ ਹੈਗਾ, ਇੱਥੋਂ ਹੀ ਲੜੂੰਗਾ ਜੀ। ਅੱਛਾ, ਇਹਦਾ ਕੋਈ ਫਾਇਦਾ ਹੋ ਸਕਦਾ ਹੈ? ਕਿਉਂਕਿ ਆਮ ਤੌਰ ਤੇ ਅੱਜ ਤੱਕ ਦੇਖਿਆ, ਹੁਣ ਕਾਕਾ ਰਣਦੀਪ ਦੀ ਆਪਾਂ ਜ਼ਿਕਰ ਕਰੀਏ, ਕਾਂਗਰਸ ਤੇ ਉਹ ਫਿਰ ਤੋਂ ਉਮੀਦਵਾਰ ਨੇ। ਮੈਂ ਪਹਿਲਾਂ ਜ਼ਿਕਰ ਕਰ ਰਿਹਾ ਕਿ ਖੇਤੀਬਾੜੀ ਮੰਤਰੀ ਚੰਨੀ ਸਰਕਾਰ ਦੇ ਵਿੱਚ, ਕਿ ਇੱਕ ਪਾਸੇ ਇੱਕ ਆਮ ਮੁੰਡਾ ਬਾਹਰ ਦੀ ਵਿਦੇਸ਼ ਦੀ ਧਰਤੀ ਤੇ ਜਾ ਕੇ ਪੜ੍ਹ ਕੇ ਲਿਖ ਕੇ ਫਿਰ ਵਾਪਸ ਗਿਆ ਹੋਵੇ, ਕਿਉਂਕਿ ਉਹਨਾਂ ਕੋਲ ਸਰਕਾਰੀ ਤੰਤਰ ਵੀ, ਮਸ਼ੀਨਰੀ ਵੀ, ਆਲੇ ਦੁਆਲੇ ਜਾਣ ਪਹਿਚਾਣ ਵੀ, ਇਹਦਾ ਕੋਈ ਫਾਇਦਾ ਹੋ ਸਕਦਾ ਤੁਹਾਨੂੰ ਜਾਂ ਨੁਕਸਾਨ ਹੋਏਗਾ ਜੀ? ਨਹੀਂ, ਫਾਇਦਾ ਤਾਂ ਨੈਚੁਰਲੀ ਹੈ ਸਰ। ਦੇਖੋ, ਹੁਣ ਦੂਰੋਂ ਨੇੜਿਓਂ 70 ਪਿੰਡਾਂ ਦੇ ਵਿੱਚ ਮੇਰੀ ਰਿਸ਼ਤੇਦਾਰੀ ਹੈ। ਮੰਤਰੀ ਸਾਹਿਬ ਨੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਵੀ ਰਿਲੇਟਿਵ ਜਾਂ ਕੋਈ ਵੀ ਉਹਨਾਂ ਦੇ ਪਰਿਵਾਰ ਦਾ ਬੰਦਾ ਹਲਕਾ ਅਮਲੋਹ ਦੇ ਵਿੱਚ ਰਹਿੰਦਾ ਹੋਊਗਾ।
ਸਿਮਿਲਰਲੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਵੀ ਸ਼ਾਇਦ ਹੀ ਕੋਈ ਹੋਵੇ, ਮੇਰੀ ਨੌਲੇਜ ਤਾਂ ਨਹੀਂ ਹੈ। ਤੇ ਮੇਰੀ ਤਾਂ ਲਗਭਗ ਹਰੇਕ ਪਾਸੇ ਕੋਈ ਫੈਮਿਲੀ ਫਰੈਂਡ, ਕੋਈ ਪਾਪਾ ਦਾ ਕਲਾਸ ਫੈਲੋ, ਕੋਈ ਮੇਰੇ ਬ੍ਰਦਰ ਦਾ, ਕਜ਼ਨਸ ਦੇ ਕਲਾਸ ਫੈਲੋ, ਕੋਈ ਮੇਰੇ ਹਮ ਉਮਰ, ਕੋਈ ਰਿਸ਼ਤੇਦਾਰ ਕੁਛ ਨਾ ਕੁਛ ਹੈਗੇ ਨੇ, ਤਾਂ ਪਰਿਵਾਰ ਦਾ ਡੈਫੀਨਿਟਲੀ ਫਾਇਦਾ ਤਾਂ ਹੁੰਦਾ ਹੀ ਹੈ ਜੀ। ਅੱਛਾ, ਹੁਣ ਇਹ ਦੱਸਿਓ, ਜਿੱਥੋਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਅਸੀਂ ਵੀ ਵਿਦੇਸ਼ ਆਏ ਹਾਂ ਰੋਜ਼ੀ ਰੋਟੀ ਵਾਸਤੇ ਆ ਕੇ, ਕੋਈ ਪੜ੍ਹਨ ਲਿਖਣ ਵਾਸਤੇ ਆ ਗਿਆ, ਕੀ ਕਾਰਨ ਹੈ? ਆਪਾਂ ਉਹ ਵੀ ਇਸ ਤਰ੍ਹਾਂ ਦੀ ਚੰਗੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਪਹਿਲਾਂ ਔਖੀ ਗੱਲ, ਫਿਰ ਉੱਥੋਂ ਡਿਗਰੀ ਲੈਣੀ ਔਖੀ। ਡਿਗਰੀ ਲੈ ਕੇ ਲੋਕ ਬਹੁਤ ਘੱਟ ਨੇ ਜਿਹੜੇ ਮੁੜ ਕੇ ਪੰਜਾਬ ਵੱਲ ਮੂੰਹ ਕਰਦੇ ਹੋਣ। ਕੀ ਕਾਰਨ ਨੇ ਕਿ ਵਿਦੇਸ਼ ਦੀ, ਇੰਗਲੈਂਡ ਦੀ ਧਰਤੀ ਤੇ ਪੜ੍ਹਨ ਤੋਂ ਬਾਅਦ ਤੁਸੀਂ ਫਿਰ ਪੰਜਾਬ ਨੂੰ ਚੂਜ਼ ਕੀਤਾ? ਬੈਣੀਪਾਲ ਸਾਹਿਬ, ਮੈਂ ਇੰਗਲੈਂਡ ਜਾਣ ਤੋਂ ਪਹਿਲਾਂ, ਆਕਸਫੋਰਡ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਮੈਂ 5 ਸਾਲ ਇੰਡੀਆ 'ਚ ਵੀ ਕਾਰਪੋਰੇਟ ਸੈਕਟਰ 'ਚ ਜੌਬ ਕਰਦਾ ਰਿਹਾ ਤੇ ਕਾਫੀ ਠੀਕ ਠਾਕ ਲੈਵਲ ਤੇ ਮੈਂ ਜੌਬ ਕਰਦਾ ਰਿਹਾ। ਮੇਰਾ ਇੰਗਲੈਂਡ ਜਾਣ ਦਾ ਇੱਕੋ ਇੱਕ ਕਾਰਨ ਸੀ ਕਿ ਮੈਂ ਯੂਨੀਵਰਸਿਟੀ ਆਫ ਆਕਸਫੋਰਡ ਦੇ ਵਿੱਚ ਡਿਗਰੀ ਲੈ ਕੇ ਆਉਣੀ ਸੀਗੀ। ਜੇ ਯੂਨੀਵਰਸਿਟੀ ਆਫ ਆਕਸਫੋਰਡ ਪੰਜਾਬ ਦੇ ਵਿੱਚ ਨਹੀਂ ਤਾਂ ਮੈਂ ਪੰਜਾਬ 'ਚ ਹੀ ਪੜ੍ਹ ਲੈਂਦਾ, ਮੈਂ ਵਿਦੇਸ਼ ਨਾ ਜਾਂਦਾ। ਮੇਰਾ ਬਾਹਰ ਜਾਣ ਦਾ ਉਦੇਸ਼ ਕੋਈ ਕੰਮ ਦੀ ਤਲਾਸ਼ ਦੇ ਵਿੱਚ ਜਾਂ ਫਿਰ ਕੋਈ ਡਾਲਰ ਪਾਉਂਡ ਕਮਾਉਣ ਦਾ ਨਹੀਂ ਸੀਗਾ। ਮੈਂ ਤਾਂ ਉਚੇਰੀ ਸਿੱਖਿਆ ਲਈ ਗਿਆ ਸੀਗਾ, ਮੈਂ ਆਪਣਾ ਸਕਿੱਲ ਸੈਟ ਇੰਪਰੂਵ ਕਰਨ ਲਈ ਗਿਆ ਸੀਗਾ। ਤੇ ਚਲੋ ਮਨ 'ਚ ਇਹ ਵੀ ਸੀਗਾ ਕਿ ਸਾਲ ਕੁ ਵਿਦੇਸ਼ ਦੀ ਧਰਤੀ ਤੇ ਕਾਰਪੋਰੇਟ ਲਾਈਫ ਵੀ ਦੇਖ ਲਾਂਗੇ, ਪਰ ਮੈਂ ਆਈ ਵਾਸ ਵੈਰੀ ਕਲੀਅਰ ਇਨ ਮਾਈ ਹੈਡ ਫਰਮ ਡੇ 1 ਕਿ ਮੈਂ 3 ਸਾਲ ਤੋਂ ਵੱਧ ਬਾਹਰ ਨਹੀਂ ਲਾਉਣੇ। ਮੈਂ ਆਪਣੀ ਮਾਤਰ ਭੂਮੀ, ਆਪਣੀ ਜਨਮ ਭੂਮੀ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਅੱਛਾ, ਇਹ ਕੀ ਕਾਰਨ ਵਾਪਸ ਆ ਗਏ? ਤੁਹਾਡਾ ਵਿਜ਼ਨ ਕਲੀਅਰ ਸੀ ਕਿ ਮੈਂ ਸਿਰਫ ਆਕਸਫੋਰਡ 'ਚ ਪੜ੍ਹਨਾ, ਉੱਥੇ ਪੜ੍ਹੇ ਵੀ, ਡਿਗਰੀ ਵੀ ਪ੍ਰਾਪਤ ਕਰ ਲਈ। ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਪੋਲਿਟਿਕਸ 'ਚ ਆਉਣਾ, ਪੜ੍ਹਿਆ ਲਿਖਿਆ ਨੌਜਵਾਨ ਆਮ ਤੌਰ ਤੇ ਆਪਾਂ ਵੇਖਿਆ ਕਿ ਬਹੁਤ ਘੱਟ ਪੜ੍ਹਿਆ ਲਿਖਿਆ, ਖਾਸ ਕਰਕੇ ਯੂਥ ਇੱਧਰ ਨੂੰ ਤੁਰਦਾ। ਦੂਸਰੀ ਗੱਲ, ਆਮ ਆਦਮੀ ਪਾਰਟੀ ਹੀ ਜੁਆਇਨ ਕਰਨੀ, ਕੀ ਕਾਰਨ ਨੇ? ਬੈਣੀਪਾਲ ਸਾਹਿਬ, ਮੈਂ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਨੇ, ਇਹਨਾਂ ਨੂੰ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਤੋਂ ਹੀ ਫੋਲੋ ਕਰ ਰਹੇ ਹਾਂ ਤੇ ਬਹੁਤ ਮਾਈਨਿਊਟਲੀ, ਡੀਪਲੀ ਫੋਲੋ ਕਰਦਾ ਰਿਹਾ। ਜਦੋਂ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਚੱਲਦੀ ਸੀ ਉਦੋਂ ਮੈਂ ਹੈਦਰਾਬਾਦ ਜੌਬ ਕਰਦਾ ਸੀਗਾ ਤੇ ਮੈਂ ਹੈਦਰਾਬਾਦ 'ਚ ਵੀ ਜਿੰਨਾ ਕੁ ਮਾੜਾ ਮੋਟਾ ਇੱਕ ਕੰਮਕਾਜੀ ਬੰਦਾ ਯੋਗਦਾਨ ਪਾ ਸਕਦਾ ਉਹਨਾਂ ਪਾਉਂਦਾ ਰਿਹਾ। ਮੈਂ ਕੈਂਡਲ ਲਾਈਟ ਮਾਰਚਿਸ ਵਗੈਰਾ ਇਹਨਾਂ ਦੇ ਹੱਕ 'ਚ ਉਦੋਂ ਵੀ ਕਰਦਾ ਰਿਹਾ ਤੇ ਮੈਂ ਇਕੱਲੇ ਪਰਸਨੈਲਿਟੀ ਨੂੰ ਟਰੈਕ ਕਰਦਾ ਸੀਗਾ। ਤੇ 2012 'ਚ ਵੀ ਥਰਡ ਆਲਟਰਨੇਟਿਵ ਜਿਹੜਾ ਪੰਜਾਬ ਸੀ, ਪੀਪਲ ਪਾਰਟੀ ਆਫ ਪੰਜਾਬ, ਉਹਨੂੰ ਵੀ ਦੂਰ ਬੈਠਾ ਜਿੰਨਾ ਕਿ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਯੋਗਦਾਨ ਪਾ ਸਕਦੀ ਉਹਨਾਂ ਪਾਉਂਦਾ ਰਿਹਾ। ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਮੇਰੀ ਜਰਨੀ ਹੈ ਬੜੀ ਗ੍ਰੈਜੂਅਲ ਜੀ ਸ਼ੁਰੂ ਹੋਈ। ਕੋਈ ਏਦਾਂ ਨਹੀਂ ਸੀ ਕਿ ਪਹਿਲੇ ਦਿਨ ਹੀ ਇਲੈਕਸ਼ਨ ਲੜਨ ਦਾ ਮਨ ਸੀ ਜਾਂ ਫੁੱਲ ਟਾਈਮ ਪਾਰਟੀ ਲਈ ਕੰਮ ਕਰਨ ਦਾ ਮਨ ਸੀ। ਮੈਂ ਤਾਂ ਪਾਰਟ ਟਾਈਮ ਥੋੜਾ ਕੰਟਰੀਬਿਊਟ ਕਰਨਾ ਸ਼ੁਰੂ ਕੀਤਾ ਸੀ। ਪਾਰਟੀ ਨੂੰ ਕੰਮ ਠੀਕ ਲੱਗਦਾ ਗਿਆ, ਉਹ ਰਿਸਪੌਂਸਿਬਿਲਿਟੀ ਵਧਾਉਂਦੇ ਰਹੇ। ਮੈਨੂੰ ਕੰਮ ਕਰਨ 'ਚ ਮਜ਼ਾ ਆਉਂਦਾ ਗਿਆ, ਮੈਂ ਵੀ ਰਿਸਪੌਂਸਿਬਿਲਿਟੀ ਲੈਂਦਾ ਗਿਆ ਤੇ ਕਦੋਂ ਇੱਕ ਪਾਰਟ ਟਾਈਮ ਕੰਟਰੀਬਿਊਟਰ ਤੋਂ ਫੁੱਲ ਟਾਈਮ ਪੋਲੀਟੀਕਲ ਵਰਕਰ ਬਣ ਗਿਆ, ਮੇਰੀ ਉਹ ਜਰਨੀ ਮੈਨੂੰ ਪਤਾ ਹੀ ਨਹੀਂ ਚੱਲਿਆ। ਤੇ ਮੈਂ ਲਗਭਗ more than 7 years ਮੈਂ ਆਮ ਆਦਮੀ ਪਾਰਟੀ 'ਚ ਕੰਮ ਕਰ ਰਿਹਾ ਤੇ ਮੈਂ ਹਰੇਕ ਤਰੀਕੇ ਦੀ ਸੇਵਾ ਨਿਭਾਈ ਹੈ। ਮੇਰੇ ਮਨ 'ਚ ਕਦੇ ਸੀਗਾ ਨਹੀਂ ਵੀ ਮੈਂ ਇਲੈਕਸ਼ਨ ਲੜੂੰਗਾ, ਬਟ ਚਲੋ ਜਿਸ ਰਾਹ ਤੇ ਕਿਸਮਤ ਲੈ ਗਈ ਹੁਣ ਉਸ ਰਾਹ ਤੇ ਹੈਗੇ। ਅੱਛਾ, ਇਸ ਵਕਤ ਇਲਜ਼ਾਮ ਵੀ ਲੱਗ ਰਹੇ ਨੇ, ਇਹ ਕੋਈ ਨਵੀਂ ਗੱਲ ਨਹੀਂ, ਹਰ ਇੱਕ ਪਾਰਟੀ ਤੇ ਲੱਗਦੇ ਨੇ, ਇੱਥੋਂ ਤੱਕ ਕਿ ਸੰਯੁਕਤ ਸਮਾਜ ਮੋਰਚਾ ਤੇ ਵੀ ਲੱਗੀ ਜਾਂਦੇ ਆ ਕਿ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾਂਦੀਆਂ ਨੇ। ਤੁਸੀਂ ਕਿੰਨੇ ਕੁ ਪੈਸੇ ਦਿੱਤੇ ਆ, ਖਰੀਦੀ ਆ ਜਾਂ ਆਪ ਦਿੱਤੀ ਜੀ ਟਿਕਟ? ਬੈਣੀਪਾਲ ਸਾਹਿਬ, ਮੇਰੇ ਪਿਤਾ ਜੀ ਨੂੰ 4 ਕਿੱਲੇ ਜ਼ਮੀਨ ਦੇ ਆਉਂਦੇ ਨੇ ਜੀ। ਅਸੀਂ 2 ਬ੍ਰਦਰ ਹਾਂ। ਮੇਰੇ ਦਾਦਾ ਜੀ ਵੀ ਗਵਰਨਮੈਂਟ ਜੌਬ ਕਰਦੇ ਰਹੇ ਨੇ, ਫਾਦਰ ਵੀ ਗਵਰਨਮੈਂਟ ਜੌਬ ਕਰਦੇ ਰਹੇ ਨੇ, ਬੜੀ ਇਮਾਨਦਾਰੀ ਨਾਲ ਕਰਦੇ ਰਹੇ ਨੇ। ਸਾਡੇ ਕੋਲ ਇੰਨੀ ਕੀ ਸੰਪਤੀ ਹੈ ਜਿੰਨੀ ਇੱਕ 4 ਕਿੱਲੇ ਦੀ ਜ਼ਮੀਨ ਵਾਲਾ ਇੱਕ ਨੌਕਰੀ ਦੇ ਵਿੱਚੋਂ ਕਰ ਸਕਦਾ। ਇਨਫੈਕਟ ਮੈਂ ਤਾਂ ਯੂਨੀਵਰਸਿਟੀ ਆਫ ਆਕਸਫੋਰਡ ਪੜ੍ਹਨ ਵੀ ਕਰਜ਼ਾ ਲੈ ਕੇ ਗਿਆ ਸੀ। ਚਲੋ ਕੁਛ ਮੇਰੀਆਂ ਸੇਵਿੰਗ ਸੀਗੀਆਂ ਜਿਹੜੀ ਮੈਂ ਹੈਦਰਾਬਾਦ ਜੌਬ ਕਰਦਾ ਰਿਹਾ ਉਹਦੇ ਵਿੱਚੋਂ, ਪਰ ਮੈਂ ਕਰਜ਼ਾ ਲੈ ਕੇ ਗਿਆ ਸੀ, ਹਾਲੇ ਵੀ ਕਿਸ਼ਤਾਂ ਦੇ ਰਹੇ ਹਾਂ। ਤੇ ਮੇਰੇ ਕੋਲ ਤਾਂ ਕਿਸੇ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਦੇਣ ਦੇ ਕੋਈ ਪੈਸੇ ਹੈ ਨਹੀਂ। ਮੇਰੇ ਤੋਂ ਨਾ ਕਿਸੇ ਨੇ ਮੰਗੇ ਨੇ ਤੇ ਨਾ ਆਪਾਂ ਕਿਸੇ ਨੂੰ ਦਿੱਤੇ ਨੇ। ਅੱਛਾ, ਹੁਣ ਇਹ ਦੱਸਿਓ, ਪੰਜਾਬ ਦੀ ਨਹੀਂ ਸਗੋਂ ਸਮੁੱਚੇ ਭਾਰਤ ਦੀ ਵੱਡੀ ਲੋਹਾ ਮੰਡੀ ਗੋਬਿੰਦਗੜ੍ਹ, ਤੁਸੀਂ ਵੀ, ਗੋਬਿੰਦਗੜ੍ਹ ਅਸੀਂ ਵੀ, ਤੇ ਤੁਹਾਡੇ ਹਲਕੇ ਦੇ ਲੋਕਾਂ ਵੀ ਅੱਖਾਂ ਦੇ ਸਾਹਮਣੇ ਉਜੜਦਾ ਵੇਖਿਆ ਹੋਣਾ। ਅੱਜ ਵੀ ਗੋਬਿੰਦਗੜ੍ਹ ਜਾ ਕੇ ਕਿਸੇ ਨਾਲ ਗੱਲ ਕਰ ਲਓ, ਲੋਹੇ ਦੀ ਗੱਲ ਕਰ ਲਓ, ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਮੰਨ ਲਓ ਕਿ ਤੁਹਾਡੇ ਹਲਕੇ ਦੇ ਲੋਕ ਤੁਹਾਨੂੰ ਜਿਤਾ ਦਿੰਦੇ ਨੇ, ਤੁਹਾਡੇ ਤੇ ਆਪਣੀ ਮੋਹਰ ਲਾ ਦਿੰਦੇ ਨੇ, ਕੋਈ ਵਿਜ਼ਨ ਹੈ ਜੀ ਗੋਬਿੰਦਗੜ੍ਹ ਦੇ ਬਾਬਤ?
ਗੋਬਿੰਦਗੜ੍ਹ ਨੂੰ ਕਈ ਸੁਧਾਰਾਂ ਦੀ ਲੋੜ ਹੈ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਗੋਬਿੰਦਗੜ੍ਹ ਦੀ ਡਿਵੈਲਪਮੈਂਟ ਹੋਈ ਹੈ ਟੋਟਲੀ ਅਨਪਲੈਨਡ ਹੋਈ ਹੈ। ਕੋਈ ਜਿਹਨੂੰ ਕਹਿੰਦੇ ਮੂੰਹ ਸਿਰਾ ਨਹੀਂ ਹੈ। ਵਿਚਾਲੇ ਸ਼ਹਿਰ ਹੈ, ਚਾਰੋਂ ਪਾਸੇ ਇੰਡਸਟਰੀ ਹੈ। ਸਾਰਾ ਸ਼ਹਿਰ ਹਰ ਟਾਈਮ ਟ੍ਰੈਫਿਕ ਜਾਮ ਦੇ ਵਿੱਚ ਫਸਿਆ ਰਹਿੰਦਾ ਹੈ। ਜਿਹੜੀਆਂ ਰੈਜ਼ੀਡੈਂਸ਼ੀਅਲ ਕਲੋਨੀਆਂ ਨੇ ਉਹਨਾਂ ਦੀਆਂ ਗਲੀਆਂ ਦੇ ਵਿੱਚ ਵੀ ਟਰੱਕ ਘੁੰਮਦੇ ਨੇ। ਪਹਿਲਾਂ ਤਾਂ ਟਾਊਨ ਪਲੈਨਿੰਗ ਦੀ ਬੜੀ ਲੋੜ ਹੈ। ਜੇ ਇਨਸੈਂਟਿਵ ਦੇ ਕੇ ਕੁਝ ਇੱਕ ਦੋ ਇੰਡਸਟਰੀਅਲ ਯੂਨਿਟਸ ਮੂਵ ਕਰਨ ਦੀ ਲੋੜ ਹੋਵੇ ਤਾਂ ਉਹ ਵੀ ਕਰਨਾ ਬਣਦਾ ਹੈ। ਟਾਊਨ ਪਲੈਨਿੰਗ ਦੀ ਤੇ ਟ੍ਰੈਫਿਕ ਮੈਨੇਜਮੈਂਟ ਦੀ ਬੜੀ ਲੋੜ ਹੈ। ਡੇਲੀ ਤਾਂ ਨਹੀਂ ਮੈਂ ਕਹੂੰਗਾ, ਹਫ਼ਤੇ 'ਚ 2-3 ਇੰਸੀਡੈਂਟ ਇਹੋ ਜਿਹੇ ਹੁੰਦੇ ਨੇ ਕਿ ਲੋਕ ਟਰੱਕਾਂ ਦੇ ਨੀਚੇ ਆ ਕੇ ਟਰੱਕਾਂ ਨਾਲ ਐਕਸੀਡੈਂਟ ਹੋ ਕੇ ਲੋਕ ਪੂਰੇ ਹੋ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਉਹਦੀ ਬੜੀ ਜ਼ਰੂਰਤ ਹੈ। ਦੂਸਰਾ, ਗੋਬਿੰਦਗੜ੍ਹ ਦੇ ਵਿੱਚ ਕੋਈ ਵੀ ਪ੍ਰੋਪਰ ਸਰਕਾਰੀ ਸਹੂਲਤ ਨਹੀਂ ਹੈ। ਇਨਫੈਕਟ ਹਲਕਾ ਅਮਲੋਹ 'ਚ ਪ੍ਰੋਪਰ ਸਰਕਾਰੀ ਹੈਲਥ ਦੀ ਕੋਈ ਸਹੂਲਤ ਨਹੀਂ ਹੈ। ਹਸਪੀਟਲ ਦੇ ਨਾਮ ਤੇ 4 ਵਾਈਟ ਐਲੀਫੈਂਟ ਚਿੱਟੇ ਹਾਥੀ ਜ਼ਰੂਰ ਨੇ, ਪਰ ਕੋਈ ਵੀ ਪ੍ਰੋਪਰਲੀ ਫੰਕਸ਼ਨਿੰਗ ਹਸਪੀਟਲ ਸਰਕਾਰੀ ਇੱਥੇ ਹੈ ਨਹੀਂ। ਤੇ ਹੈਲਥ ਕੇਅਰ ਸੈਕਟਰ ਦੇ ਵਿੱਚ ਇੰਪਰੂਵਮੈਂਟ ਦੀ ਬੜੀ ਲੋੜ ਹੈ। ਇੱਕ ਵੱਡਾ ਪ੍ਰੋਪਰ ਫੰਕਸ਼ਨਿੰਗ ਹਸਪੀਟਲ ਹਲਕਾ ਅਮਲੋਹ ਨੂੰ, ਮੰਡੀ ਗੋਬਿੰਦਗੜ੍ਹ ਨੂੰ ਜ਼ਰੂਰ ਚਾਹੀਦਾ ਹੈ, ਕਿਉਂਕਿ ਇੰਡਸਟਰੀ ਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਇੰਜਰੀ ਕਿਸੇ ਨਾ ਕਿਸੇ ਇੰਡਸਟਰੀਅਲ ਵਰਕਰ ਨੂੰ ਹੁੰਦੀ ਰਹਿੰਦੀ ਹੈ ਤੇ ਇੱਥੇ ਫਸਟ ਏਡ ਦੀ ਵੀ ਪ੍ਰੋਪਰ ਸੁਵਿਧਾ ਨਹੀਂ ਹੈਗੀ। ਦੈਨ ਜਿਹੜੀ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਹੈ, ਉਹ ਇੰਡਸਟਰੀ ਵੀ ਉਹਨਾਂ ਦੀਆਂ ਵੀ ਅੱਡ-ਅੱਡ ਵੱਖ-ਵੱਖ ਪਰੇਸ਼ਾਨੀਆਂ ਨੇ। ਖਾਸ ਤੌਰ ਤੇ ਬਿਜਲੀ ਮਹਿਕਮੇ ਨੂੰ ਲੈ ਕੇ ਉਹਨਾਂ ਦੀ ਬੜੀ ਹਰਾਸਮੈਂਟ ਹੁੰਦੀ ਹੈ। ਤਾਂ ਬਿਜਲੀ ਮਹਿਕਮੇ ਦੇ ਇਨਫਰਾਸਟ੍ਰਕਚਰ ਤੇ ਬਿਜਲੀ ਮਹਿਕਮੇ ਦੇ ਇੰਪਲੋਈ ਜਿਹੜੇ ਹੈਗੇ ਨੇ ਉਹਨਾਂ ਦੀ ਐਲੋਕੇਸ਼ਨ ਨੂੰ ਲੈ ਕੇ ਕਾਫੀ ਸੁਧਾਰਾਂ ਦੀ ਲੋੜ ਹੈ। ਫਿਰ ਗੋਬਿੰਦਗੜ੍ਹ ਸਿਰਫ ਇੱਕੋ ਇੰਡਸਟਰੀ ਤੱਕ ਸੀਮਿਤ ਹੈ। ਮੋਰ ਦੈਨ 95% ਜਿਹੜੀ ਇੰਡਸਟਰੀ ਹੈ ਉਹ ਸਟੀਲ ਨਾਲ ਰਿਲੇਟਡ ਹੈ। ਜਦਕਿ ਜਿਹੜਾ ਆਪਣਾ ਹਲਕਾ ਅਮਲੋਹ ਹੈ, ਇੱਥੇ ਕੋਈ ਕਿਸਾਨ ਹੋਊਗਾ ਜਿਹੜਾ ਘੱਟੋ ਘੱਟ 3 ਫਸਲਾਂ ਨਹੀਂ ਲੈਂਦਾ। ਕਣਕ ਤੇ ਜੀਰੀ ਤੋਂ ਇਲਾਵਾ ਆਲੂ ਦੀ, ਸੂਰਜਮੁਖੀ ਦੀ, ਮੱਕੀ ਦੀ, ਮੂੰਗੀ ਦੀ, ਹੋਰ ਕਈ ਫਸਲਾਂ ਦੀ ਕਾਫੀ ਵੱਡੇ ਪੱਧਰ ਤੇ ਜਿਹੜੀ ਪੈਦਾਵਾਰ ਇੱਥੇ ਹੁੰਦੀ ਹੈ, ਪਰ ਕੋਈ ਵੀ ਐਗਰੀ ਪ੍ਰੋਸੈਸਿੰਗ ਯੂਨਿਟ ਨਹੀਂ ਹੈ। ਤਾਂ ਮੰਡੀ ਦੀ ਜਿਹੜੀ ਇੰਡਸਟਰੀਅਲ ਹਾਊਸਿਸ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਕੋਈ ਇਨਸੈਂਟਿਵ ਦੇ ਕੇ ਜਾਂ ਬਾਹਰੋਂ ਕੋਈ ਕਿਸੇ ਇੰਡਸਟਰੀਅਲ ਗਰੁੱਪ ਨੂੰ ਲਿਆ ਕੇ ਇੱਥੇ ਜਿਹੜੀ ਹੈਗੀ ਹੈ ਐਗਰੀ ਪ੍ਰੋਸੈਸਿੰਗ ਯੂਨਿਟਸ ਦੀ ਲੋੜ ਹੈ। ਇੱਕ ਹੋਰ ਚੀਜ਼ ਹੈ ਕਿ ਮੰਡੀ ਦੇ ਵਿੱਚ ਇੰਨੀਆਂ ਇੰਡਸਟਰੀਅਲ ਯੂਨਿਟਸ ਨੇ, ਪਰ ਮੰਡੀ ਦੇ ਵਿੱਚ ਇੱਕ ਵੀ ITI ਨਹੀਂ ਹੈ। ਜ਼ਿਆਦਾਤਰ ਜਿਹੜੇ ਮੰਡੀ ਦੇ ਵਿੱਚ ਮਿਲਾਂ ਦੇ ਵਿੱਚ ਫੋਰਮੈਨ ਤੇ ਹੋਰ ਇੰਪਲਾਈਜ਼ ਹੁੰਦੇ ਨੇ, ਉਹ ਔਨ ਜੌਬ ਐਕਸਪੀਰੀਅੰਸ ਲੈ ਕੇ ਬਣਦੇ ਨੇ। ਬੰਦੇ 50-50 ਸਾਲ ਦੀ ਏਜ 'ਚ ਜਾ ਕੇ ਫੋਰਮੈਨ ਬਣਦੇ ਨੇ। ਬਹੁਤ ਸਾਰੇ ਲੋਕ ਬਾਹਰੋਂ ਦੂਸਰੇ ਵੱਡੇ ਸ਼ਹਿਰਾਂ ਤੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ। ਲੋਕਲ ਯੂਥ ਨੂੰ ਇੰਪਲੋਇਮੈਂਟ ਦੀ ਕਾਫੀ ਕਮੀ ਰਹਿੰਦੀ ਹੈ। ਤਾਂ ਇੱਕ ਇਹੀ ਜੀ ITI ਜਿਹਦੀ ਲੋਕਲ ਇੰਡਸਟਰੀ ਦੇ ਨਾਲ ਕੋਲੈਬੋਰੇਸ਼ਨ ਹੋਵੇ, ਲੋਕਲ ਇੰਡਸਟਰੀ ਨੂੰ ਜੋ ਜੌਬ ਰਿਕੁਆਇਰਮੈਂਟਸ ਨੇ ਉਸ ਤਰ੍ਹਾਂ ਦੇ ਸਕਿੱਲ ਸੈਟ ਦੇ ਜਿਹੜੇ ਨੌਜਵਾਨ ਨੇ ਉਹ ਟ੍ਰੇਨ ਹੋਣ, ਤਾਂ ਕਿ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਡਾਇਰੈਕਟ ਐਂਟਰੀ ਮਿਲੇ ਤੇ ਵਧੀਆ ਰੋਲ ਦੇ ਵਿੱਚ ਐਂਟਰੀ ਮਿਲੇ। ਉਹਨਾਂ ਨੂੰ ਮਜ਼ਦੂਰੀ ਨਾ ਕਰਨੀ ਪਵੇ, ਉਹ ਫੋਰਮੈਨ ਜਾਂ ਉਸ ਤਰੀਕੇ ਦੇ ਜਿਹੜੇ ਰੋਲਸ ਨੇ ਉਹਨਾਂ ਦੇ ਵਿੱਚ ਆਪਣੀ ਪੋਜੀਸ਼ਨ ਲੈ ਸਕਣ। ਤੇ ਇਹੀ ਜਿਹੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਰਨ ਦੀ ਲੋੜ ਹੈ। ਜਿਹੜਾ ਰੋਡ ਇਨਫਰਾਸਟ੍ਰਕਚਰ ਹੈ ਮੰਡੀ ਗੋਬਿੰਦਗੜ੍ਹ ਦਾ ਤੇ ਹਲਕੇ ਅਮਲੋਹ ਦਾ, ਉਹ ਢਹਿ ਢੇਰੀ ਹੈ ਬਿਲਕੁਲ ਹੀ। ਜਿਹੜਾ ਮੰਡੀ ਗੋਬਿੰਦਗੜ੍ਹ ਸ਼ਹਿਰ ਹੈ, ਇਹਦੀ ਜਿਹੜੀ ਸੀਵੇਜ ਤੇ ਵਾਟਰ ਸਪਲਾਈ ਹੈ ਉਹਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਇਨਫੈਕਟ ਨਵੇਂ ਸਿਰੇ ਤੋਂ ਪਾਉਣ ਦੀ ਲੋੜ ਹੈ। ਬਹੁਤ ਸਾਰੇ ਮੰਡੀ ਗੋਬਿੰਦਗੜ੍ਹ ਦੇ ਏਰੀਆਜ਼ ਇਹੋ ਜਿਹੇ ਨੇ ਜਿਹੜੇ 25-25 ਸਾਲਾਂ ਤੋਂ ਬਣੇ ਹੋਏ ਨੇ, ਜਿਵੇਂ ਇਕਬਾਲ ਨਗਰ ਹੋ ਗਿਆ, ਵਿਧੀ ਚੰਦ ਕਾਲੋਨੀ ਹੋ ਗਿਆ, ਜਾਂ ਲੈਨੋ ਪਾਰ ਵਾਲਾ ਜਿਹੜਾ ਏਰੀਆ ਹੋ ਗਿਆ, ਜਿੱਥੇ ਹਾਲੇ ਤੱਕ ਗਲੀਆਂ ਤੱਕ ਨਹੀਂ ਹੈਗੀਆਂ। ਸੀਵਰੇਜ ਪਾਣੀ ਹੋਣਾ ਤਾਂ ਦੂਰ ਦੀ ਗੱਲ ਹੈ, ਸਟਰੀਟ ਲਾਈਟ ਹੋਣਾ ਤਾਂ ਦੂਰ ਦੀ ਗੱਲ ਹੈ, ਹਾਲੇ ਤੱਕ ਪ੍ਰੋਪਰ ਗਲੀਆਂ ਤੱਕ ਨਹੀਂ ਬਣੀਆਂ ਹੈਗੀਆਂ। ਤਾਂ ਅਰਬਨ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਲੋੜ ਹੈ। ਤੇ ਹੋਰ ਬਹੁਤ ਸਾਰੇ ਇਸ਼ੂਜ਼ ਨੇ ਮੰਡੀ ਗੋਬਿੰਦਗੜ੍ਹ ਦੇ। ਇੱਕ ਫਲਾਈਓਵਰ ਪੈਂਡਿੰਗ ਹੈ ਬਹੁਤ ਦੇਰ ਦਾ, ਜਿਹਦੇ ਕਰਕੇ ਉੱਪਰਲਾ ਮੰਡੀ ਗੋਬਿੰਦਗੜ੍ਹ ਦਾ ਏਰੀਆ ਤੇ ਉੱਪਰਲੇ ਜਿੰਨੇ ਵੀ ਪਿੰਡ ਨੇ, 7 ਪਿੰਡ ਆਪਣੇ ਹਲਕੇ 'ਚ ਪੈਂਦੇ ਨੇ ਤੇ ਦੂਸਰੇ ਹਲਕਿਆਂ ਦੇ ਪਿੰਡ ਨੇ, ਉਹ ਡਿਸਕਨੈਕਟਡ ਨੇ। ਤਾਂ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ ਜੀ। ਅੱਛਾ, ਮੈਨੂੰ ਹੁਣ ਇੱਕ ਹੋਰ ਦੱਸਿਓ। ਆਪਾਂ ਗੱਲ ਕਰ ਰਹੇ ਸੀ ਕਿ ਇੱਕ ਲੋਕਲ ਬੰਦਾ ਹੋਵੇ, ਸਥਾਨਕ ਬੰਦਾ ਜਿਹਨੂੰ ਉਮੀਦਵਾਰ ਕਿਸੇ ਪਾਰਟੀ ਨੇ ਬਣਾਇਆ ਹੋਵੇ, ਉਹ ਤੁਸੀਂ ਹੋ। ਕਾਕਾ ਰਣਦੀਪ ਸਿੰਘ ਨਾਭੇ ਤੋਂ ਸੀ। ਮੈਂ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਰਿਜ਼ਰਵ ਤੋਂ ਜਨਰਲ ਸੀਟ ਹੋ ਗਈ ਤਾਂ ਜਿਹੜੇ ਇੱਥੋਂ ਦੇ ਬਹੁਤ ਸਾਰੇ ਕਾਂਗਰਸੀ ਆਗੂ ਹੋਣਗੇ ਤੇ ਉਹ ਕਿਹੜੇ ਖੂਹ 'ਚ ਜਾਣ। ਇੱਥੋਂ ਵਾਲੇ ਨੂੰ ਨਾਭੇ ਲੈ ਗਏ, ਨਾਭੇ ਵਾਲੇ ਨੂੰ ਇੱਥੋਂ ਲਿਆਂਦਾ, ਬਾਹਰੋਂ ਲਿਆ ਕੇ ਲੋਕਾਂ ਦੇ ਸਿਰ ਤੇ ਬਿਠਾਲ ਦਿੱਤਾ ਜਾਂਦਾ ਹੈ। ਤੇ ਆਮ ਸਾਰੇ ਦੇ ਸਾਰੇ ਸਿਆਸਤਦਾਨ, ਜਿਵੇਂ 117 ਦੇ ਵਿੱਚੋਂ 2-4 ਦੀ ਸਹੁੰ ਨਹੀਂ ਖਾਂਦਾ, ਬਾਕੀ ਤਕਰੀਬਨ ਸਾਰੇ ਚੋਣਾਂ ਤੋਂ ਪਹਿਲਾਂ ਦਿਨ ਰਾਤ ਇੱਕ ਕਰ ਦਿੰਦੇ ਆ। ਹੁਣ ਭਾਵੇਂ ਕਿਸੇ ਨਾਲ ਗੱਲ ਕਰ ਲਓ, ਸਾਰੇ ਕਹਿੰਦੇ ਵੀ ਵੀਰੇ ਰਿੱਝਿਆ ਬਹੁਤ ਹੋਇਆ, ਅੱਧਿਆਂ ਦੀ ਤਾਂ ਗਲ ਬੈਠੇ ਪਏ ਆ। ਸਵੇਰੇ ਵੱਡੇ ਤੜਕੇ ਉੱਠਦੇ ਤੇ ਅੱਧੀ ਰਾਤ ਆ ਕੇ ਘਰ ਵੜਦੇ ਆ। ਜਦੋਂ ਚੋਣਾਂ ਜਿੱਤ ਜਾਂਦੇ ਨੇ, ਪਤਾ ਨਹੀਂ ਕਿਹੜਾ ਸੱਪ ਸੁੰਘ ਜਾਂਦਾ ਹੈ
ਕਦੇ ਕਿਸੇ ਪਿੰਡ ਦੇ ਵਿੱਚ ਕੋਈ ਉਮੀਦਵਾਰ ਜਿੱਤਣ ਤੋਂ ਬਾਅਦ ਨਜ਼ਰ ਨਹੀਂ ਆਉਂਦਾ, ਮੰਨ ਲਓ ਕਿ ਤੁਹਾਨੂੰ ਹਲਕੇ ਦੇ ਲੋਕ ਜਿਤਾ ਦਿੰਦੇ ਆ, ਕਿ ਇਹੀ ਰੀਤ ਰਹੂ, ਇਸ ਰੀਤ ਨੂੰ ਅੱਗੇ ਵਧਾਓਗੇ, ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨੁੱਕੜ ਮੀਟਿੰਗਾਂ ਕਰਦੇ ਨਜ਼ਰ ਵੀ ਆ ਸਕਦੇ ਹੋ? ਕਿਉਂਕਿ ਤੁਸੀਂ ਵਿਦੇਸ਼ ਦੀ ਧਰਤੀ ਤੇ ਰਹਿ ਕੇ ਦੇਖ ਲਿਆ ਕਿ ਲੋਕ ਕੀ ਚਾਹੁੰਦੇ ਨੇ। ਸੱਚ ਕਰਿਓ ਗੱਲ, ਇਹ ਨਹੀਂ ਕਿ ਹਾਂ ਇਹ ਇਸ ਵਕਤ ਪ੍ਰੋਗਰਾਮ 'ਚ ਆਪਾਂ ਕਰ ਦਈਏ, ਮਿਲਾਂਗੇ ਨਹੀਂ ਮਿਲਾਂਗੇ ਉਹ ਗੱਲ ਬਾਅਦ ਦੀ। ਸ਼ਾਇਦ ਤੁਸੀਂ ਵੀ ਇਸ ਗੱਲ ਤੋਂ ਔਖੇ ਹੋਵੋ, ਤੁਹਾਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਚੋਣ ਜਿੱਤਣ ਤੋਂ ਬਾਅਦ ਕੋਈ ਨਜ਼ਰ ਨਹੀਂ ਆਉਂਦਾ, ਜੇ ਤੁਸੀਂ ਜਿੱਤ ਜਾਂਦੇ ਹੋ ਤੁਸੀਂ ਕੀ ਕਰੋਗੇ? ਬੈਣੀਪਾਲ ਸਾਹਿਬ, ਮੇਰੀ ਇੱਕ ਬੁਰੀ ਆਦਤ ਹੈ ਕਿ ਮੈਂ ਤੋਂ ਝੂਠ ਨਹੀਂ ਬੋਲ ਹੁੰਦਾ, ਮੈਂ ਸੱਚੀ ਗੱਲ ਹੀ ਰੱਖਦਾ। ਦੇਖੋ, ਜੋ ਮੇਰੀ ਨੀਅਤ ਹੈ ਉਹ ਤਾਂ ਮੇਰੀ ਨੀਅਤ ਤਾਂ ਮੇਰੇ ਕੰਮ ਤੋਂ ਝਲਕੂਗੀ। ਮੈਂ ਕੋਈ ਝੂਠਾ ਕਲੇਮ ਕਰ ਦੇਵਾਂ ਜਾਂ ਮੈਂ ਕਹਿ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਉਹ ਮੇਰੀ ਤਬੀਅਤ ਹੈ ਨਹੀਂ। ਬਟ ਮੈਂ ਇੱਕ ਸਿੰਪਲ ਜੀ ਤੁਹਾਨੂੰ ਆਰਗੂਮੈਂਟ ਦਊਂਗਾ, ਇੱਕ ਲੌਜੀਕਲ ਆਰਗੂਮੈਂਟ ਦਊਂਗਾ ਜਿਹਦੇ ਕਰਕੇ ਮੇਰਾ ਕੇਸ ਹੈ ਜਿਹੜਾ ਸਟਰੈਂਥਨ ਹੁੰਦਾ ਹੈ। ਦੇਖੋ, ਮੇਰੀ ਏਜ 35 ਇਅਰਸ ਹੈ, ਮੈਂ ਸਿਰਫ 35 ਸਾਲ ਦਾ। ਆਮ ਆਦਮੀ ਪਾਰਟੀ ਨੇ ਮੈਨੂੰ ਬੜੀ ਘੱਟ ਉਮਰ 'ਚ ਐਡਾ ਵੱਡਾ ਮਾਣ ਬਖਸ਼ਿਆ ਹੈ। ਮੈਂ ਬਿਲਕੁਲ ਹੀ ਨੋਰਮਲ ਫੈਮਿਲੀ ਤੋਂ ਆਉਣਾ, ਮੇਰੀ ਫੈਮਿਲੀ ਦਾ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ, ਨਾ ਹੀ ਮੇਰੀ ਫੈਮਿਲੀ ਦਾ ਕੋਈ ਬਹੁਤ ਵੱਡਾ ਨਾਮ ਹੈ ਤੇ ਨਾ ਹੀ ਸਾਡੇ ਕੋਲ ਬਹੁਤ ਸਾਰਾ ਪੈਸਾ ਹੈ। ਇਸ ਵਾਰ ਮੈਂ ਆਪਣੀ ਮਿਹਨਤ ਕਰ ਰਿਹਾ ਹਾਂ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਪਸੰਦ ਵੀ ਆ ਰਹੀ ਹੈ, ਸ਼ਾਇਦ ਮੇਰੀ ਪ੍ਰੋਫਾਈਲ ਵੀ ਪਸੰਦ ਆ ਰਹੀ ਹੈ ਕਿਉਂਕਿ ਮੈਂ ਨਵਾਂ ਮੈਂ ਪੜ੍ਹਿਆ ਲਿਖਿਆ, ਮੈਂ ਮਿਹਨਤ ਕਰ ਰਿਹਾ, ਲੋਕਾਂ ਨੂੰ ਮੇਰੀ ਪ੍ਰੋਫਾਈਲ ਵੀ ਪਸੰਦ ਆ ਰਹੀ ਹੈ। ਪਰ ਜਦੋਂ ਅਗਲੀ ਵਾਰ ਆਊਗੀ ਤਾਂ ਅਗਲੀ ਵਾਰ ਮੇਰੇ ਕੰਮ ਤੇ ਲੋਕ ਮੈਨੂੰ ਪਰਖਣਗੇ। ਉਹ ਇਸ ਕਰਕੇ ਨਹੀਂ ਪਰਖਣਗੇ ਕਿਉਂਕਿ ਜਿਹੜੀ ਮੇਰੀ ਪੜ੍ਹਾਈ ਹੈ ਜਾਂ ਮੇਰੀ ਕਲੀਨ ਛਵੀ ਹੈ ਉਹ ਤਾਂ ਇਸ ਵਾਰ ਤਾਂ ਹੈ, ਅਗਲੀ ਵਾਰ ਤਾਂ ਮੇਰਾ ਕੰਮ ਹੀ ਮੇਰਾ ਪ੍ਰਮਾਣ ਪੱਤਰ ਹੋਊ। ਨਾ ਮੇਰੇ ਕੋਲ ਪਰਿਵਾਰ ਦਾ ਨਾਮ ਹੈ, ਨਾ ਮੇਰੇ ਕੋਲ ਪੈਸਾ ਹੈ। ਤਾਂ ਕੰਮ ਕਰਨਾ ਜਿੱਥੇ ਮੇਰੀ ਇੱਛਾ ਹੈ ਉਹਦੇ ਨਾਲ ਮੇਰੀ ਮਜਬੂਰੀ ਵੀ ਹੈ। ਤਾਂ ਜੇ ਮੈਂ 2027 ਦੇ ਵਿੱਚ ਵੀ ਇਸ ਹਲਕੇ ਦੇ ਵਿੱਚ ਚੋਣਾਂ ਲੜਨੀਆਂ ਨੇ ਤਾਂ ਮੈਂ ਇੱਥੇ ਹੀ ਰਹੂੰਗਾ, ਮੈਂ ਕਿੱਥੇ ਜਾਣਾ। ਤੇ ਦੂਸਰੀ ਗੱਲ, ਦੂਸਰੇ ਜਿਹੜੇ ਐਮਐਲਏ ਨੇ, ਬਹੁਤ ਸਾਰੇ ਐਮਐਲਏ ਨੇ ਦੂਸਰੀਆਂ ਪਾਰਟੀਆਂ ਦੇ ਵੀ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਸਰਗਰਮ ਰਹਿੰਦੇ ਨੇ। ਆਪਣੇ ਹਲਕੇ 'ਚ ਵੀ ਕਾਕਾ ਰਣਦੀਪ ਸਿੰਘ ਨਾਭਾ ਤੋਂ ਪਹਿਲਾਂ ਜਿਹੜੇ ਐਮਐਲਏ ਸੀਗੇ, ਉਹਨਾਂ ਦੀਆਂ ਮੈਰਿਟਸ ਡੀਮੈਰਿਟਸ ਆਪਾਂ ਵੀ ਕੈਨ ਕੀਪ them ਅਸਾਈਡ, ਬਟ ਲੋਕਾਂ ਦੇ ਵਿੱਚ ਮੇਲ ਜੋਲ ਕਰਦੇ ਰਹੇ ਨੇ, ਲੋਕਾਂ ਨੂੰ ਮਿਲਦੇ ਰਹੇ ਨੇ। ਹਲਕਾ ਅਮਲੋਹ ਦੇ ਲੋਕਾਂ ਨੂੰ ਹੁਣ ਵੀ ਮਿਲਦੇ ਨੇ। ਮੈਨੂੰ ਇਹ ਲੱਗਦਾ ਕਿ ਕਾਕਾ ਰਣਦੀਪ ਨੇ ਅਮਲੋਹ ਹਲਕੇ ਦੇ ਲੋਕਾਂ ਦੀਆਂ ਜੋ ਐਮਐਲਏ ਤੋਂ ਐਕਸਪੈਕਟੇਸ਼ਨ ਨੇ, ਉਹ ਐਕਸਪੈਕਟੇਸ਼ਨ ਹੀ ਬਦਲਤੀਆਂ। ਲੋਕਾਂ ਨੂੰ ਲੱਗਣ ਲੱਗ ਗਿਆ ਕਿ ਸ਼ਾਇਦ ਸਾਰੇ ਐਮਐਲਏ ਇਹੋ ਜਿਹੇ ਹੁੰਦੇ ਨੇ। ਮੈਨੂੰ ਤਾਂ ਲੱਗਦਾ ਹੈ ਕਿ ਕਾਕਾ ਰਣਦੀਪ ਨੇ ਜਿਹੜੇ ਉਹ ਐਕਸੈਪਸ਼ਨ ਨੇ। ਜ਼ਿਆਦਾਤਰ ਐਮਐਲਏ ਇਸ ਤਰੀਕੇ ਦੇ ਨਹੀਂ ਹੁੰਦੇ। ਜ਼ਿਆਦਾਤਰ ਐਮਐਲਏ ਆਪਣੇ ਲੋਕਾਂ 'ਚ ਵਿਚਰਦੇ ਨੇ, ਉਹਨਾਂ ਨੂੰ ਮਿਲਦੇ ਨੇ, ਉਹਨਾਂ ਦੀ ਖੁਸ਼ੀ ਗਮੀ 'ਚ ਖੜਦੇ ਨੇ। ਕੁਛ ਇੱਕ ਐਕਸੈਪਸ਼ਨਸ ਹੁੰਦੀਆਂ ਨੇ ਤੇ ਕਾਕਾ ਰਣਦੀਪ ਮੈਨੂੰ ਲੱਗਦਾ ਐਕਸੈਪਸ਼ਨ 'ਚੋਂ ਨੇ। ਮੈਂ ਹਲਕੇ ਦੇ ਵਿੱਚ ਲੋਕਾਂ ਨਾਲ ਗੱਲ ਕਰਦਾ, ਉਦੋਂ ਮੈਂ ਉਹਨਾਂ ਨੂੰ ਇਹੀ ਗੱਲ ਸਮਝਾਉਂਦਾ ਹੁੰਦਾ ਵੀ ਕਾਕਾ ਰਣਦੀਪ ਜਦੋਂ ਪਹਿਲੀ ਵਾਰ ਐਮਐਲਏ ਬਣੇ ਸੀ ਉਦੋਂ ਤੁਹਾਡੇ ਕੋਲ ਆਏ ਸੀ? ਲੋਕਾਂ ਨੇ 12 ਦਿਨਾਂ ਦੇ ਵਿੱਚ ਉਹਨਾਂ ਨੂੰ ਐਮਐਲਏ ਬਣਾ ਦਿੱਤਾ ਸੀ। ਉਹ ਤਾਂ ਵੋਟਾਂ ਮੰਗਣ ਵੀ ਨਹੀਂ ਆਏ ਸੀ। ਤਾਂ ਜਿਹੜਾ ਬੰਦਾ ਵੋਟਾਂ ਮੰਗਣ ਨਹੀਂ ਆਇਆ ਉਹ ਤੋਂ ਕਿਉਂ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਵਿੱਚ ਬਾਅਦ ਵਿੱਚ ਵੀ ਵਿਚਰੂਗਾ? ਤੇ ਜਿਹੜਾ ਬੰਦਾ ਇੰਨੇ ਲੰਬੇ ਸਮੇਂ ਤੋਂ ਤੁਹਾਡੇ ਵਿੱਚ ਵਿਚਰ ਰਿਹਾ ਹੈ, ਬਾਰ-ਬਾਰ ਤੁਹਾਡੇ ਕੋਲ ਆ ਰਿਹਾ ਹੈ, ਹਰੇਕ ਪਿੰਡ 'ਚ ਇਲੈਕਸ਼ਨ ਸਾਈਕਲ ਦੇ ਦੌਰਾਨ 2-2 ਦਰਜਨ ਵਾਰ ਗੇੜਾ ਕੱਢ ਕੇ ਗਿਆ ਹੈ, ਤਾਂ ਉਹ ਤੋਂ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਜਿੱਤਣ ਤੋਂ ਬਾਅਦ ਵੀ ਤੁਹਾਡੇ ਕੋਲ ਆਊਗਾ। ਤੁਸੀਂ ਹਜੇ ਆਪਣੇ ਆਪ ਨੂੰ ਆਮ ਆਦਮੀ ਦੀ ਟਿਕਟ ਤੋਂ ਤੇ ਆਮ ਆਦਮੀ ਹੀ ਦੱਸ ਰਹੇ ਹੋ ਕਿ ਭਾਈ ਨਾ ਕੋਈ ਸਾਡੀ ਫੈਮਿਲੀ ਬੈਕਗਰਾਉਂਡ ਜਿਹੜੀ ਰਾਜਨੀਤੀ ਨਾਲ ਜੁੜੀ ਹੋਵੇ, ਨਾ ਤੁਸੀਂ ਅਮੀਰ ਘਰਾਣੇ 'ਚੋਂ ਦੱਸ ਦਿਓ ਕਿ ਸਿਰਫ 4 ਕਿੱਲੇ ਤੁਹਾਡੇ ਕੋਲ ਜ਼ਮੀਨ ਹੈ। ਪਰ ਜਦੋਂ ਬੰਦਾ ਇੱਕ ਵਾਰੀ ਸਿਆਸਤਦਾਨ ਬਣ ਜਾਂਦਾ ਹੈ ਫਿਰ ਉਹ ਕਹਿੰਦਾ ਨਾ ਲੋਕਾਂ ਕੋਲ ਮੈਂ ਕਿਉਂ ਜਾਵਾਂ, ਲੋਕ ਮੇਰੇ ਕੋਲ ਆਉਣ। ਲੋਕਾਂ ਦੀ ਪਹੁੰਚ ਵਿੱਚ ਕਿਵੇਂ ਰਹੋਗੇ? ਕੀ ਵੱਖਰਾ ਕਰੋਗੇ ਬਾਕੀਆਂ ਨਾਲੋਂ? ਬੈਣੀਪਾਲ ਸਾਹਿਬ, ਦੇਖੋ, ਇਹ ਤਾਂ ਨੀਅਤ ਦੀਆਂ ਗੱਲਾਂ ਨੇ ਕਿ ਕਿਹੜਾ ਬੰਦਾ ਕਿਹੜੀ ਨੀਅਤ ਲੈ ਕੇ ਪੋਲਿਟਿਕਸ 'ਚ ਆਇਆ ਹੈ। ਇਹ ਇੱਕ ਆਪਣੀ ਪੋਲਿਟਿਕਸ ਦੀ ਕੌੜੀ ਸੱਚਾਈ ਹੈ ਕਿ ਬਹੁਤ ਸਾਰੇ ਲੋਕ ਪੋਲਿਟਿਕਸ ਦੇ ਵਿੱਚ ਪੈਸੇ ਨੂੰ, ਸ਼ੋਹਰਤ ਨੂੰ ਜਾਂ ਪਾਵਰ ਨੂੰ ਜਾਂ ਸੱਤਾ ਨੂੰ ਮੁੱਖ ਰੱਖ ਕੇ ਆਉਂਦੇ ਨੇ। ਮੈਂ ਬਹੁਤ ਕਲੀਅਰ ਹਾਂ ਆਪਣੇ ਮਾਈਂਡ ਦੇ ਵਿੱਚ ਕਿ ਮੈਂ ਇੱਕ ਲੈਗਸੀ ਛੱਡ ਕੇ ਜਾਣਾ ਚਾਹੁੰਦਾ ਜੀ। ਜੇ ਮੈਨੂੰ ਪੈਸੇ ਦਾ ਲਾਲਚ ਹੁੰਦਾ ਤਾਂ ਮੈਂ ਇੰਗਲੈਂਡ 'ਚ ਬਹੁਤ ਵਧੀਆ ਜੌਬ ਕਰਦਾ ਸੀ, ਮੈਨੂੰ ਛੱਡ ਕੇ ਆਉਣ ਦੀ ਲੋੜ ਨਹੀਂ। ਸ਼ੋਹਰਤ ਦੀ ਜਾਂ ਦੂਸਰੀਆਂ ਚੀਜ਼ਾਂ ਦੀ ਲੋੜ ਹੁੰਦੀ ਤਾਂ ਸ਼ਾਇਦ ਮੇਰੇ ਕੋਲ ਹੋਰ ਆਲਟਰਨੇਟਿਵ ਵੀ ਸੀਗੇ। ਮੈਂ ਸਿਰਫ ਇਸ ਕਰਕੇ ਆਇਆ ਕਿਉਂਕਿ ਮੈਂ ਕੋਈ ਇਹੋ ਜਿਹਾ ਕੰਮ ਕਰਕੇ ਜਾਣਾ ਚਾਹੁੰਦਾ ਕਿ ਲੋਕ ਯਾਦ ਰੱਖਣ ਕਿ ਮਛਰਾਈ ਖੁਰਦ ਦਾ ਇੱਕ ਮੁੰਡਾ ਹੋਇਆ ਸੀ ਜਾਂ ਇੱਕ ਬੰਦਾ ਹੋਇਆ ਸੀ ਜਿਹਨੇ ਇਹ ਕੰਮ ਕਰਕੇ ਦਿੱਤੇ ਨੇ, ਜਿਵੇਂ ਹੋਰ ਵੀ ਲੋਕਾਂ ਨੂੰ ਯਾਦ ਕੀਤਾ ਜਾਂਦਾ। ਤਾਂ ਮਿਹਨਤ ਕਰਾਂਗੇ, ਹਲਕੇ ਦੀ ਤਰੱਕੀ ਕਰਾਂਗੇ, ਹਲਕੇ ਦੇ ਵਿੱਚ ਕੁਝ ਇਹੋ ਜਿਹੇ ਕੰਮ ਕਰਾਂਗੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ। ਅੱਛਾ, ਹੁਣ ਸਾਰੇ ਬੰਦਿਆਂ ਨੇ ਆਪੋ ਆਪਣਾ ਪੱਖ ਰੱਖਣਾ ਹੈ। ਕਾਕਾ ਰਣਦੀਪ ਆਪਣਾ ਰੱਖਣਗੇ, ਗੁਰਪ੍ਰੀਤ ਰਾਜੂ ਖੰਨਾ ਆਪਣਾ ਰੱਖਣਗੇ, ਸੰਯੁਕਤ ਸਮਾਜ ਮੋਰਚੇ ਵਾਲੇ ਆਪਣਾ ਰੱਖਣਗੇ। ਹਰ ਇੱਕ ਸਿਆਸੀ ਧਿਰ ਨੂੰ ਰੱਖਣਾ ਵੀ ਚਾਹੀਦਾ। ਹਲਕਾ ਅਮਲੋਹ ਦੇ ਜਿਹੜੇ ਵੋਟਰ ਨੇ ਉਹ ਬਾਕੀਆਂ ਨੂੰ ਛੱਡ ਗੈਰੀ ਵੜਿੰਗ ਨੂੰ ਵੋਟ ਕਿਉਂ ਪਾਉਣ? ਸਰ, ਦੋ ਗੱਲਾਂ ਨੇ ਜੀ। ਪਹਿਲੀ ਤਾਂ ਜਿਹੜੀ ਸਾਡੀ ਪਾਰਟੀ ਦੀ ਆਈਡੀਓਲੋਜੀ ਹੈ, ਜਿਹੜੇ ਸਾਡੀ ਪਾਰਟੀ ਦੇ ਪ੍ਰੋਗਰਾਮ ਨੇ,
ਉਹ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਕਾਫੀ ਵਿਲੱਖਣੇ ਨੇ। ਸੰਯੁਕਤ ਸਮਾਜ ਮੋਰਚਾ ਜਿਹੜਾ ਹੈਗਾ, ਉਹਨਾਂ ਦੀ ਹਾਲੇ ਆਈਡੀਓਲੋਜੀ, ਉਹ ਕੀ ਕਰਨਾ ਚਾਹੁੰਦੇ ਨੇ, ਉਹਨਾਂ ਦਾ ਕੀ ਮੈਨੀਫੈਸਟੋ ਹੈ, ਇਹਦੀ ਕਲੈਰਿਟੀ ਨਹੀਂ। ਆਮ ਆਦਮੀ ਪਾਰਟੀ ਕੋਲ ਵਿਜ਼ਨ ਵੀ ਹੈ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਇੱਕ ਸਕਸੈਸਫੁਲ ਮਾਡਲ ਵੀ ਹੈ ਜਿੱਥੇ ਅਸੀਂ ਕਰਕੇ ਦਿਖਾਇਆ। ਸਾਡੇ ਪ੍ਰਾਇਮਰੀ ਏਰੀਆਜ਼ ਆਫ ਫੋਕਸ ਜਿਹੜੇ ਹੈਗੇ ਨੇ ਉਹ ਹੈਲਥ ਕੇਅਰ, ਐਜੂਕੇਸ਼ਨ, ਜਿਹੜੀਆਂ ਪਬਲਿਕ ਯੂਟਿਲਿਟੀਜ਼, ਬਿਜਲੀ, ਪਾਣੀ, ਇੰਟਰਨੈਟ ਦੀ ਸੁਵਿਧਾ, ਟਰਾਂਸਪੋਰਟ, ਤੇ ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਕਟਿੰਗ ਐਜ ਕਰਪਸ਼ਨ ਜਿਹਨੂੰ ਕਹਿੰਦੇ ਆ, ਜਿਹਦੇ ਨਾਲ ਲੋਕਾਂ ਨੂੰ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਜੂਝਣਾ ਪੈਂਦਾ ਹੈ, ਉਹ ਸਾਰੀਆਂ ਚੀਜ਼ਾਂ ਦਾ ਹੱਲ ਕਰਨ ਦਾ ਜਿਹੜਾ ਮੋਟਿਵ ਹੈ ਉਹ ਆਮ ਆਦਮੀ ਪਾਰਟੀ ਰੱਖਦੀ ਹੈ। ਦਿੱਲੀ 'ਚ ਅਸੀਂ ਕਰਕੇ ਦਿਖਾਇਆ ਤੇ ਪੰਜਾਬ 'ਚ ਹੀ ਕਰਾਂਗੇ। ਉਸ ਤੋਂ ਇਲਾਵਾ ਜਿਹੜਾ ਮੇਰਾ ਪਰਸਨਲ ਉਹ ਹੈ ਕਿ ਮੈਂ ਤਾਂ ਇਹੀ ਕਹਿ ਸਕਦਾ ਕਿ ਜੀ ਪੜ੍ਹਿਆ ਲਿਖਿਆ ਨੌਜਵਾਨ ਹੈ, ਕੰਮ ਕਰਨ ਦੀ ਇੱਛਾ ਹੈ, ਇਹ ਤਾਂ ਹੁਣ ਲੋਕਾਂ ਨੇ ਜੱਜ ਕਰਨਾ ਹੈ ਕਿ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਦਾ ਕਿ ਨਹੀਂ। ਇੱਕ ਹੋਰ ਦੱਸਿਓ, ਜਦੋਂ ਵੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਉਚੇਚੇ ਤੌਰ ਤੇ, ਤੁਹਾਡੀਆਂ ਗੱਲਾਂ ਇਸ ਚੀਜ਼ ਨੂੰ ਤਸਦੀਕ ਕਰਦੀਆਂ ਨੇ ਕਿ ਤੁਸੀਂ ਪੜ੍ਹੇ ਤੇ ਪੜ੍ਹ ਕੇ ਹੈਦਰਾਬਾਦ ਨੌਕਰੀ ਕੀਤੀ, ਉਹਦੇ ਤੋਂ ਬਾਅਦ ਪੜ੍ਹਨ ਵਾਸਤੇ ਤੁਸੀਂ ਵਿਦੇਸ਼ ਗਏ, ਵਿਦੇਸ਼ ਦੇ ਵਿੱਚ ਨੌਕਰੀ ਵੀ ਕੀਤੀ ਤੇ ਵਾਪਸ ਆ ਗਏ। ਪੰਜਾਬ ਦੀ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਹੈ। ਪੰਜਾਬ ਦੇ ਵਿੱਚ ਪੜ੍ਹਾਈ ਦੇ ਨਾਂ ਦੇ ਉੱਤੇ ਪ੍ਰਾਈਵੇਟਾਈਜੇਸ਼ਨ ਹੋ ਗਈ ਤੇ ਲੁੱਟ ਵੱਡੇ ਪੱਧਰ ਤੇ ਹੋ ਰਹੀ ਹੈ। ਹਾਲਾਂਕਿ ਤੁਸੀਂ ਇੱਕ ਹਲਕੇ ਦੇ MLA ਬਣਨਾ ਹੈ, ਜੇ ਕੱਲ੍ਹ ਨੂੰ ਲੋਕ ਤੁਹਾਡੇ ਹੱਕ 'ਚ ਫਤਵਾ ਦਿੰਦੇ ਨੇ, ਇਹਨਾਂ ਮਸਲਿਆਂ ਨੂੰ ਤੁਸੀਂ ਰਡਾਰ ਤੇ ਰੱਖਿਆ ਹੋਇਆ ਜੀ? ਬਿਲਕੁਲ ਸਰ, ਮਾਨ ਸਾਹਿਬ ਨੇ CM ਕੈਂਡੀਡੇਟ ਅਨਾਉਂਸ ਹੋਣ ਤੋਂ ਬਾਅਦ ਜਿਹੜੀ ਸਭ ਤੋਂ ਪਹਿਲਾ ਐਲਾਨ ਉਹਨਾਂ ਨੇ ਕੀਤਾ ਹੈ, ਉਹਨਾਂ ਨੇ ਇਹੀ ਕੀਤਾ ਕਿ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਉਹ ਬੇਰੁਜ਼ਗਾਰੀ ਹੈ ਤੇ ਆਮ ਆਦਮੀ ਪਾਰਟੀ ਬੇਰੁਜ਼ਗਾਰੀ ਨੂੰ ਲੈ ਕੇ ਰੋਜ਼ਗਾਰ ਪੈਦਾ ਕਰਨ ਨੂੰ ਲੈ ਕੇ ਇੱਕ ਬਲੂਪ੍ਰਿੰਟ ਲੈ ਕੇ ਆਊਗੀ, ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਵੱਲੋਂ ਪ੍ਰੋਪਰ ਅਨਾਉਂਸਮੈਂਟ ਵੀ ਹੋਊਗਾ। ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਹੈ, ਜਿਹੜੀ ਸਭ ਤੋਂ ਜ਼ਿਆਦਾ ਇੰਪਲੋਇਮੈਂਟ ਦਿੰਦੀ ਹੈ, ਉਹ ਸਰਵਿਸ ਸੈਕਟਰ ਹੈ। ਤੇ ਸਰਵਿਸ ਸੈਕਟਰ ਦੇ ਨਾਲ ਰਿਲੇਟਡ ਜਿੰਨੀਆਂ ਵੀ ਇੰਡਸਟਰੀ ਨੇ, ਪੰਜਾਬ ਦੀ ਤਰਾਸਦੀ ਇਹ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਸ਼ਿਸ਼ਾਂ, ਹਾਫ ਹਾਰਟਡ ਕੋਸ਼ਿਸ਼ਾਂ ਤਾਂ ਜ਼ਰੂਰ ਰਹੀਆਂ, ਪਰ ਉਹ ਇੰਡਸਟਰੀ ਇੱਥੇ ਆਈ ਨਹੀਂ। ਸਪੈਸ਼ਲੀ IT ਤੇ IT ਇਨੇਬਲਡ ਸਰਵਿਸਿਜ਼ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਪੰਜਾਬ 'ਚ ਕਦੇ ਵੀ ਨਹੀਂ ਆਈਆਂ। ਤੇ ਜ਼ਰੂਰ ਪੁਰਜ਼ੋਰ ਕੋਸ਼ਿਸ਼ ਰਹੂਗੀ ਕਿ ਪੰਜਾਬ ਦੇ ਵਿੱਚ ਸਰਵਿਸ ਇੰਡਸਟਰੀ ਹੈ ਜਿਹੜੀ ਉਹ ਵੱਡੇ ਲੈਵਲ ਤੇ ਲੈ ਕੇ ਆਈ ਜਾ ਸਕੇ। ਉਹਦੇ ਵਾਸਤੇ ਸਰਕਾਰ ਦੀ ਨੀਅਤ ਹੀ ਸਭ ਤੋਂ ਵੱਡੀ ਗੱਲ ਹੈ ਤੇ ਹਿਊਮਨ ਰਿਸੋਰਸ ਦੀ ਲੋੜ ਹੁੰਦੀ ਹੈ। ਹਿਊਮਨ ਰਿਸੋਰਸ ਪੰਜਾਬ ਕੋਲ ਆਲਰੇਡੀ ਬਹੁਤ ਹੈ। ਬਹੁਤ ਸਾਰੇ ਪੰਜਾਬ ਦੇ ਨੌਜਵਾਨ ਜਿੱਥੇ ਆਪਣੀਆਂ ਸਰਵਿਸ ਇੰਡਸਟਰੀ ਹੈ, ਵੱਡੇ ਮੈਟਰੋਪੋਲੀਟਨ ਸਿਟੀਜ਼ ਨੇ, ਉਹ ਮਜਬੂਰ ਹੋ ਕੇ, ਜਿਵੇਂ ਮੈਂ ਗਿਆ, ਉਹ ਮਜਬੂਰ ਹੋ ਕੇ ਤੇ ਆਲਰੇਡੀ ਜੌਬ ਕਰ ਰਹੇ ਨੇ। ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਿਦੇਸ਼ ਗਏ ਨੇ, ਇਸੇ ਇੰਡਸਟਰੀ 'ਚ ਕੰਮ ਕਰਦੇ ਨੇ, ਤੇ ਬਹੁਤ ਸਾਰੇ ਨੌਜਵਾਨ ਨਵੇਂ ਵੀ ਤਿਆਰ ਹੋ ਰਹੇ ਨੇ ਤੇ ਉਹਨਾਂ ਵਾਸਤੇ ਓਪਰਚੁਨਿਟੀ। ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਪਿਛਲੇ ਸਮਿਆਂ 'ਚ ਕਾਫੀ ਪ੍ਰਫੁੱਲਿਤ ਇੰਡਸਟਰੀ ਸੈਕਟਰਸ ਕੁਛ ਰਹੇ ਨੇ, ਜਿਵੇਂ ਖਾਸ ਤੌਰ ਤੇ ਖੇਡ ਇੰਡਸਟਰੀ ਜਿਹੜੀ ਹੈਗੀ ਹੈ, ਖੇਡ ਇਕਵਿਪਮੈਂਟਸ ਦੀ ਮੈਨੂਫੈਕਚਰਿੰਗ ਦੀ ਇੰਡਸਟਰੀ ਰਹੀ ਹੈ। ਪੰਜਾਬ ਦੇ ਵਿੱਚ ਫਾਰਮਾ ਦੀਆਂ ਬਹੁਤ ਸਾਰੀਆਂ ਯੂਨਿਟਸ ਰਹੀਆਂ ਨੇ, ਤਾਂ ਉਹਨਾਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਜ਼ਰੂਰ ਹੋਣਗੀਆਂ। ਇੱਕ ਗੱਲ ਤਾਂ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਕੁਝ ਇੰਡਸਟਰੀਅਲ ਸੈਗਮੈਂਟਸ ਨੇ ਜਿਹਦੀ ਐਕਸਪਰਟੀਜ਼ ਹੈ ਪੰਜਾਬ ਦੇ ਵਿੱਚ। ਉਹ ਬਿਜ਼ਨਸਮੈਨ, ਉਹ ਵਰਕਰਸ ਉਹ ਹੈਗੇ ਨੇ ਜਿਨ੍ਹਾਂ ਨੇ ਇਸ ਇੰਡਸਟਰੀ 'ਚ ਕੰਮ ਕੀਤਾ, ਤੇ ਬਸ ਉਹਨਾਂ ਨੂੰ ਸਰਕਾਰ ਵੱਲੋਂ ਮਾੜੀਆਂ ਨੀਤੀਆਂ ਦੇ ਕਾਰਨ ਮਜਬੂਰ ਹੋ ਕੇ ਪੰਜਾਬ ਤੋਂ ਬਾਹਰ ਜਾਣਾ ਪਿਆ। ਇੱਕ ਇੰਡਸਟਰੀ ਨੂੰ ਲੈ ਕੇ ਪੋਜ਼ਿਟਿਵ ਵਿਜ਼ਨ ਵਾਲੀ ਜਿਹੜੀ ਸਰਕਾਰ ਹੈ, ਜਦੋਂ ਉਹ ਆਊਗੀ ਤਾਂ ਮੇਰਾ ਯਕੀਨ ਹੈ ਕਿ ਬਹੁਤ ਸਾਰੀਆਂ ਇੰਡਸਟਰੀ ਯੂਨਿਟਸ ਨੇ ਜਿਹੜੀਆਂ ਵਾਪਸ ਲਿਆਈਆਂ ਜਾ ਸਕਦੀਆਂ ਨੇ। ਸਾਡੀ ਪਾਰਟੀ ਨੇ ਅਨਾਉਂਸ ਵੀ ਕੀਤਾ ਹੈ ਕਿ ਜਿੰਨੀਆਂ ਵੀ ਇੰਡਸਟਰੀ ਸੈਕਟਰਸ ਹੈਗੇ ਨੇ, ਪਾਰਟੀ ਦਾ ਉਹਨਾਂ ਨੂੰ ਲੈ ਕੇ ਪਾਲਿਸੀ ਬਣਾਉਣ ਦਾ ਇੱਕ ਬਹੁਤ ਹੀ ਕੋਲੈਬੋਰੇਟਿਵ ਤਰੀਕਾ ਹੋਊਗਾ, ਰਾਦਰ ਦੈਨ ਕਿ ਬਿਊਰੋਕ੍ਰੇਸੀ ਵੱਲੋਂ ਬਣਾਈਆਂ ਹੋਈਆਂ ਪਾਲਿਸੀਆਂ ਜਿਹੜੀਆਂ ਮੌਜੂਦਾ ਸਰਕਾਰਾਂ ਕਰਦੀਆਂ ਨੇ ਕਿ ਬਿਊਰੋਕ੍ਰੇਸੀ ਪਾਲਿਸੀਆਂ ਬਣਾਉਂਦੀਆਂ ਨੇ ਤੇ ਉਹ ਜਿਹੜੇ ਆਪਣੇ ਇੰਡਸਟਰੀਅਲਿਸਟ ਨੇ ਜਾਂ ਆਪਣੇ ਬਿਜ਼ਨਸਮੈਨ ਨੇ ਉਹਨਾਂ ਤੇ ਥੋਪੀਆਂ ਜਾਂਦੀਆਂ ਨੇ। ਇਹ ਮਾਡਲ ਅਪਣਾਉਣ ਦੀ ਬਜਾਏ ਆਮ ਆਦਮੀ ਪਾਰਟੀ ਦਾ ਬੜਾ ਹੀ ਕੋਲੈਬੋਰੇਟਿਵ ਮਾਡਲ ਰਹੂਗਾ। ਹਰੇਕ ਇੰਡਸਟਰੀ ਸੈਕਟਰ ਵਾਸਤੇ 20 ਤੋਂ 25 ਇੰਡਸਟਰੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੀ ਇੱਕ ਕਮੇਟੀ ਬਣਾਈ ਜਾਊਗੀ। ਉਹ ਕਮੇਟੀ ਆਪਣੇ ਪ੍ਰਪੋਜ਼ਲਸ ਲਿਖ ਕੇ, ਪਾਲਿਸੀ ਪ੍ਰਪੋਜ਼ਲਸ ਲਿਖ ਕੇ ਪੰਜਾਬ ਦੀ ਸਰਕਾਰ ਨੂੰ ਦਊਗੀ ਤੇ ਸਰਕਾਰ ਦੀਆਂ ਸਿਰਫ ਦੋ ਕੰਡੀਸ਼ਨਾਂ ਹੋਣਗੀਆਂ। ਇੱਕ ਤਾਂ ਸਰਕਾਰ ਦਾ ਰੈਵਨਿਊ ਜਿਹੜਾ ਹੈਗਾ ਉਹ ਵਧੇ ਤੇ ਦੂਸਰਾ ਇੰਪਲੋਇਮੈਂਟ ਜਨਰੇਟ ਹੋਵੇ, ਤੇ ਉਹ ਪ੍ਰਪੋਜ਼ਲਸ ਨੂੰ ਲੈ ਕੇ ਸਰਕਾਰ ਉਹਨਾਂ ਨੂੰ ਇੰਪਲੀਮੈਂਟ ਕਰੂਗੀ ਤੇ ਹਰੇਕ 15 ਦਿਨਾਂ ਬਾਅਦ ਜਿਹੜਾ ਕੰਸਰਨਡ ਡਿਪਾਰਟਮੈਂਟ ਹੋਇਆ ਕਰੂਗਾ ਉਹਦੇ ਨਾਲ ਉਹਨਾਂ ਦੀਆਂ ਮੀਟਿੰਗਸ ਹੋਣਗੀਆਂ ਤਾਂ ਕਿ ਜਿਹੜੀ ਇੰਡਸਟਰੀ ਉਹਦਾ ਕੌਨਫੀਡੈਂਸ ਜਿੱਤਿਆ ਜਾ ਸਕੇ ਤੇ ਜਿਹੜੀ ਇੰਡਸਟਰੀ ਹੈ ਉਹ ਆਪਣੇ ਤਰੀਕੇ ਦੇ ਨਾਲ, ਜਿਹੜਾ ਉਹਨੂੰ ਲੱਗਦਾ ਹੈ ਕਿ ਸਰਕਾਰ ਨੂੰ ਕੰਮ ਕਰਕੇ ਦੇਣਾ ਚਾਹੀਦਾ, ਉਹ ਆਪਣੇ ਤਰੀਕੇ ਨਾਲ ਕੰਮ ਕਰਵਾ ਸਕੇ। ਮੈਨੂੰ ਯਕੀਨ ਹੈ ਕਿ ਇੱਕ ਚੰਗੀ ਨੀਅਤ ਵਾਲੀ ਜੇ ਸਰਕਾਰ ਆਊਗੀ ਤਾਂ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਆ ਉਹ ਵਾਪਸ ਲੈ ਕੇ
ਆਈ ਜਾ ਸਕੂਗੀ ਤੇ ਇੰਡਸਟਰੀ ਜਦੋਂ ਵਾਪਸ ਆਊਗੀ ਤਾਂ ਜੌਬ ਕ੍ਰੀਏਸ਼ਨ ਆਟੋਮੈਟਿਕਲੀ ਹੋਊਗੀ। ਜਿਹੜਾ ਦੂਸਰਾ ਪੁਆਇੰਟ ਤੁਸੀਂ ਰੱਖਿਆ ਸਿੱਖਿਆ ਵਾਲੀ ਗੱਲ, ਸਿੱਖਿਆ ਵੈਸੇ ਹੀ ਸਾਡੀ ਸਟਰੈਂਥ ਹੈ, ਸਾਡੀ ਪਾਰਟੀ ਦੀ ਸਟਰੈਂਥ ਹੈ। ਦਿੱਲੀ ਦੇ ਵਿੱਚ ਜਿਹੜਾ ਸਕੂਲਿੰਗ ਸਿਸਟਮ ਹੈ ਉਹਦੇ ਵਿੱਚ ਟਰਾਂਸਫੋਰਮੇਸ਼ਨਲ ਚੇਂਜਸ ਆਈਆਂ ਨੇ, ਰੈਵੋਲੂਸ਼ਨਰੀ ਚੇਂਜਸ ਆਈਆਂ ਨੇ। ਉਹ ਚੀਜ਼ ਦੀ ਜਿਹੜੀ ਉਦਾਹਰਨ ਹੈ ਜਾਂ ਉਸ ਚੀਜ਼ ਦੀ ਜਿਹੜੀ ਸਰਾਹਨਾ ਹੈ ਉਹ ਪੂਰੀ ਦੁਨੀਆ ਕਰਦੀ ਹੈ। ਡੋਨਾਲਡ ਟਰੰਪ ਨੇ ਜਦੋਂ ਇੰਡੀਆ ਆਏ, ਉਹਨਾਂ ਦੀ ਵਾਈਫ ਵੀ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਗਈ ਤੇ ਉਹਦੇ ਨਾਲ ਵੋਕੇਸ਼ਨਲ ਕੋਰਸਿਸ ਤੇ ਵੋਕੇਸ਼ਨਲ ਟ੍ਰੇਨਿੰਗ ਤੇ ਦਿੱਲੀ ਸਰਕਾਰ ਬਹੁਤ ਜ਼ਿਆਦਾ ਫੋਕਸ ਕਰ ਰਹੀ ਹੈ। ਦਿੱਲੀ 'ਚ ਚਲੋ ਵੱਡੀਆਂ ਯੂਨੀਵਰਸਿਟੀਆਂ ਵੱਡੀਆਂ ਆਲਰੇਡੀ ਸੀਗੀਆਂ, ਪਰ ਹਰ ਕੋਈ ਬੱਚਾ ਜਿਹੜਾ ਹੈਗਾ ਉਹ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ ਨਹੀਂ ਜਾਂਦਾ। ਬਹੁਤ ਸਾਰੇ ਬੱਚਿਆਂ ਨੇ 10th ਗ੍ਰੇਡ ਤੋਂ ਬਾਅਦ ਜਾਂ 12th ਗ੍ਰੇਡ ਤੋਂ ਬਾਅਦ ਵੀ ਐਗਜ਼ਿਟ ਲੈਣੀ ਹੁੰਦੀ ਹੈ। ਉਹਨਾਂ ਨੂੰ ਕਿਸ ਤਰੀਕੇ ਨਾਲ ਇੰਡਸਟਰੀ ਲਈ ਜਾਂ ਜੌਬ ਮਾਰਕੀਟ ਲਈ ਟ੍ਰੇਨ ਕੀਤਾ ਜਾਵੇ, ਦਿੱਲੀ ਦੇ ਵਿੱਚ ਉਹ ਵੀ ਅਸੀਂ ਬੜਾ ਬਾਖੂਬੀ ਤਰੀਕੇ ਨਾਲ ਕਰ ਰਹੇ ਹਾਂ। ਤੇ ਮੇਰਾ ਮੰਨਣਾ ਹੈ ਕਿ ਪੰਜਾਬ 'ਚ ਜਦੋਂ ਸਾਨੂੰ ਮੌਕਾ ਮਿਲਿਆ, ਅਸੀਂ ਬੜੀ ਕਾਮਯਾਬੀ ਨਾਲ ਪੰਜਾਬ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਕਰ ਪਾਵਾਂਗੇ। ਅੱਛਾ, ਹੁਣ ਮੈਨੂੰ ਇਹ ਦੱਸਿਓ, ਪੰਜਾਬ ਕਰਜ਼ਈ ਹੈ, ਲੱਖਾਂ ਹਜ਼ਾਰਾਂ ਕਰੋੜਾਂ ਦਾ, ਜਿਹੜੀ ਸਰਕਾਰ ਆਉਂਦੀ ਹੈ ਲੱਖਾਂ ਹਜ਼ਾਰਾਂ ਕਰੋੜਾਂ ਹੋਰ ਚੜਾ ਕੇ ਤੁਰ ਜਾਂਦੀ ਹੈ। ਬਹੁਤ ਸਾਰੇ ਮਘੋਰੇ ਨੇ ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਇਸ ਵਕਤ ਬਿਆਨ ਕਰ ਰਹੇ ਨੇ ਕਿ ਮੈਨੂੰ ਤਾਂ ਪਤਾ ਸੀ ਕਿ ਚੰਨੀ ਕਰੀ ਜਾਂਦਾ, ਜੇ ਕਰੀ ਜਾਂਦਾ ਹੈ ਤਾਂ ਰੋਕਣਾ ਕਿਹਨੇ ਸੀ। ਹੁਣ ਇਹੀ ਦੋਸ਼ ਮੌਜੂਦਾ ਜਿਹੜੇ ਵਿਧਾਇਕ ਤੇ ਮੰਤਰੀ ਨੇ, ਕਾਕਾ ਰਣਦੀਪ ਸਿੰਘ, ਉਹਨਾਂ ਤੇ ਵੀ ਲੱਗਦਾ। ਬਹੁਤ ਸਾਰੇ ਪਿੰਡਾਂ ਦਾ ਮੈਂ ਖੁਦ ਗਵਾਹ ਜਿੱਥੇ ਨਜਾਇਜ਼ ਮਾਈਨਿੰਗ ਉਹਨਾਂ ਦੀ ਦੇਖ ਰੇਖ ਹੁੰਦੀ ਰਹੀ ਹੈ। ਔਰ ਇਹਦੇ ਤੋਂ ਵੀ ਅਗਲੀ ਗੱਲ ਆ ਕਿ ਜਿਹੜੇ ਬਹੁਤ ਸਾਰੇ ਸਥਾਨਕ ਕਾਂਗਰਸੀ ਆਗੂ ਨੇ ਬੀਤੇ ਦਿਨੀ ਅਮਰੋਹ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਨੇ। ਹੁਣ ਜੇ ਕੱਲ੍ਹ ਨੂੰ ਤੁਸੀਂ MLA ਚੁਣੇ ਜਾਂਦੇ ਹੋ, ਤੁਹਾਡੇ ਹਲਕੇ ਦੇ ਜਿਹੜੇ ਸਾਬਕਾ ਵਿਧਾਇਕ ਹੋਣਗੇ, ਜਿਹੜੇ ਮੰਤਰੀ ਦੇ ਅਹੁਦੇ ਤੇ ਰਹੇ, ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੇ ਵਿੱਚ ਆਪਣਾ ਯੋਗਦਾਨ ਕਿਵੇਂ ਪਾਇਆ ਜਾਂ ਪਵਾਇਆ, ਕੀ ਜਾਂਚ ਪੜਤਾਲ ਕਰਵਾਓਗੇ ਜਾਂ ਕੋਈ ਗੱਲ ਨਹੀਂ ਭਾਈ ਉਹ ਗੱਲ ਬੀਤੇ ਦੀ ਸੀ, ਅਸੀਂ ਤਾਂ ਅੱਜ ਦੀ ਗੱਲ ਕਰਾਂਗੇ? ਸਰ, ਤੁਸੀਂ ਦੋ ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਤਾਂ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਕੀਤੀ। ਦੇਖੋ, ਪੰਜਾਬ ਦੇ ਖਜ਼ਾਨੇ ਦੀ ਜਿਹੜੀ ਲੁੱਟ ਆ ਉਹ ਦੋ ਤਰੀਕੇ ਨਾਲ ਹੁੰਦੀ ਹੈ। ਇੱਕ ਲੁੱਟ ਤਾਂ ਉਹ ਹੁੰਦੀ ਹੈ ਕਿ ਖਜ਼ਾਨੇ ਦੇ ਵਿੱਚੋਂ ਜਿਹੜੇ ਫੰਡ ਅੱਡ-ਅੱਡ ਡਿਵੈਲਪਮੈਂਟ ਪ੍ਰੋਜੈਕਟਾਂ ਲਈ ਸਰਕਾਰ ਐਲੋਕੇਟ ਕਰਦੀ ਹੈ, ਉਹਦੇ ਵਿੱਚੋਂ ਕਮਿਸ਼ਨਾਂ ਦੇ ਰਾਹੀਂ, ਉਹਦੇ ਵਿੱਚੋਂ ਮਾੜੀ ਸਮੱਗਰੀ ਖਰੀਦ ਕੇ ਵੱਡੇ ਬਿੱਲਾਂ ਦੇ ਰਾਹੀਂ ਕਈ ਤਰੀਕਿਆਂ ਨਾਲ ਉਸ ਖਜ਼ਾਨੇ ਦੀ ਲੁੱਟ ਹੁੰਦੀ ਹੈ। ਪਹਿਲਾਂ ਤਾਂ ਸਾਡਾ ਇਹ ਮੰਨਣਾ ਹੈ ਕਿ ਜੇ ਤੁਸੀਂ ਇਫੈਕਟਿਵ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ, ਬਿਨਾਂ ਕਰਪਸ਼ਨ ਦੇ ਨਾਲ ਜਿਹੜਾ ਐਗਜ਼ਿਸਟਿੰਗ ਰੈਵਨਿਊ ਕਲੈਕਸ਼ਨ ਹੋ ਰਹੀ ਹੈ ਉਹਨੂੰ ਵਧੀਆ ਤਰੀਕੇ ਨਾਲ ਖਰਚੋਗੇ ਤਾਂ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਅੱਧੇ ਰੇਟਾਂ 'ਚ ਵੀ ਸਰਕਾਰ ਹੈ ਜਿਹੜੀ ਉਹ ਕਰਵਾ ਸਕਦੀ ਹੈ। ਦੂਸਰਾ ਰੈਵਨਿਊ ਲਾਸ ਦਾ ਜਿਹੜਾ ਵੱਡਾ ਕਾਰਨ ਹੈ ਉਹ ਹੈ ਮਾਫੀਆ। ਪੰਜਾਬ ਦੇ ਵਿੱਚ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਕਈ ਤਰੀਕੇ ਦੇ ਮਾਫੀਆ ਜਿਹੜੀਆਂ ਸਿਆਸੀ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਨੇ ਆਪਣੇ ਪੰਜਾਬ ਦੀਆਂ, ਇਹਨਾਂ ਦੇ ਲੀਡਰਸ ਵੱਲੋਂ ਚਲਾਇਆ ਜਾ ਰਿਹਾ ਹੈ। ਜੇ ਤੁਸੀਂ ਇਹਨਾਂ ਮਾਫੀਆਸ ਤੇ ਕੰਟਰੋਲ ਕਰ ਲਵੋ, ਜੇ ਤੁਸੀਂ ਇਹਨਾਂ ਮਾਫੀਆਸ ਦੇ ਥਰੂ ਜਿਹੜਾ ਬਿਜ਼ਨਸ ਰਨ ਹੁੰਦਾ ਹੈ ਉਹਨੂੰ ਸਰਕਾਰੀ ਦਾਇਰੇ ਦੇ ਅਧੀਨ ਲੈ ਕੇ ਆ ਸਕੋ, ਤਾਂ ਬੜੀ ਈਜ਼ਲੀ 45 ਤੋਂ 50,000 ਕਰੋੜ ਐਡੀਸ਼ਨਲ ਰੈਵਨਿਊ ਹੈ ਜਿਹੜਾ ਪੰਜਾਬ ਜਨਰੇਟ ਕਰ ਸਕਦਾ। ਤੁਸੀਂ ਜਿਹੜੀ ਲੀਕੇਜਿਸ ਨੇ ਉਹ ਬੰਦ ਕਰੋ, ਜਿਹੜਾ ਮਾਫੀਆ ਹੈ ਉਹਦੇ ਰਾਹੀਂ ਜਿਹੜਾ ਰੈਵਨਿਊ ਖਜ਼ਾਨੇ 'ਚ ਆ ਹੀ ਨਹੀਂ ਰਿਹਾ ਉਹਨੂੰ ਲੈ ਕੇ ਆਉਣਾ ਸ਼ੁਰੂ ਕਰੋ, ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਬਜਟ ਡੈਫਿਸਿਟ ਹੈ ਉਹ 5 ਸਾਲਾਂ ਦੇ ਵਿੱਚ ਹੀ ਤੁਸੀਂ ਖਤਮ ਕਰਕੇ ਪੰਜਾਬ ਨੂੰ ਰੈਵਨਿਊ ਸਰਪਲਸ ਸਟੇਟ ਕ੍ਰੀਏਟ ਕਰ ਸਕਦੇ ਹੋ। ਤੇ ਜਿਵੇਂ ਜਿਵੇਂ ਤੁਹਾਡਾ ਰੈਵਨਿਊ ਵਧੂਗਾ ਤਾਂ ਉਵੇਂ ਜਿਹੜਾ ਤੁਹਾਡਾ ਕਰਜ਼ਾ ਹੈ, ਆਬਵੀਅਸਲੀ ਤੁਸੀਂ ਆਪਣਾ ਡੈਟ ਵੀ ਸਰਵਿਸ ਕਰੋਗੇ, ਤੁਹਾਡਾ ਕਰਜ਼ਾ ਉੱਤਰਦਾ ਰਹੂਗਾ। ਗੱਲ ਆਪਣੇ ਹਲਕੇ ਦੀ ਕਰੀਏ ਤਾਂ ਤੁਸੀਂ ਰੇਤ ਮਾਫੀਆ ਦੀ ਗੱਲ ਕੀਤੀ। ਆਪਣੇ ਹੁਣੀ ਤੁਹਾਡੇ ਗਵਾਂਢ 'ਚ ਹੀ ਪਿੰਡ ਪੈਂਦਾ ਬੁੱਗਾ ਕਲਾਂ, ਉੱਥੇ ਦੇ ਸਾਬਕਾ ਸਰਪੰਚ, ਕਾਂਗਰਸੀ ਸਾਬਕਾ ਸਰਪੰਚ ਦੇ ਘਰੇ ਈਡੀ ਨੇ ਰੇਡ ਮਾਰੀ ਮਾਈਨਿੰਗ ਨੂੰ ਲੈ ਕੇ। ਤੇ ਛੋਟੇ ਪੱਧਰ ਤੇ ਬਹੁਤ ਸਾਰੇ ਪਿੰਡਾਂ 'ਚ ਅਦਰਵਾਈਜ਼ ਵੀ ਮਾਈਨਿੰਗ ਹੁੰਦੀ ਰਹਿੰਦੀ ਹੈ। ਤੁਹਾਡੇ ਪਿੰਡ ਦੇ ਵਿੱਚ ਹੀ ਜਿੱਡਾ ਵੱਡਾ ਟੋਭਾ, ਮੈਂ ਕਹਿੰਦਾ ਤੁਹਾਡੇ ਪਿੰਡ ਦਾ ਓਡੀ ਵੱਡੀ ਹੁਣ ਚੰਡੀਗੜ੍ਹ ਦੀ ਲੇਕ ਵੀ ਨਹੀਂ ਰਹੀ, ਇੰਨਾ ਕੁ ਪੱਟ ਲਿਆ ਗਿਆ ਉਹ। ਤੇ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਤਾਂ ਡੈਫੀਨੇਟਲੀ ਸਾਰੀਆਂ ਚੀਜ਼ਾਂ ਤੇ ਜਿਹੜੀ ਇਨਕੁਆਇਰੀ ਹੈ ਉਹ ਜ਼ਰੂਰ ਖੋਲੀ ਜਾਊਗੀ। ਇਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੀਆਂ ਕਰਪਸ਼ਨਾਂ ਹੋਈਆਂ ਨੇ। ਮੰਡੀ ਗੋਬਿੰਦਗੜ੍ਹ 'ਚ ਬਹੁਤ ਵੱਡੇ ਪੱਧਰ ਤੇ ਕਾਰਪੋਰੇਸ਼ਨ ਕਮੇਟੀ ਦੇ ਵਿੱਚ ਜਿਹੜੀ ਉਹ ਕਰਪਸ਼ਨ ਹੁੰਦੀ ਰਹੀ ਹੈ। ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਸਿਰਫ ਕਾਗਜ਼ੀ ਸੀਗੇ, ਗਰਾਊਂਡ ਤੇ ਦਿਖੇ ਹੀ ਨਹੀਂ। ਤਾਂ ਜਿੰਨੇ ਮੈਕਸਿਮਮ ਜਿਹੜੇ ਇਹ ਘੁਟਾਲੇ ਨੇ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਐਵੀਡੈਂਸ ਇਕੱਠਾ ਹੋਊਗਾ, ਉਹਨਾਂ ਤੇ ਇਨਕੁਆਇਰੀ ਜ਼ਰੂਰ ਕਰਾਈ ਜਾਊਗੀ। ਸੋ ਗੈਰੀ ਵੜਿੰਗ ਜੀ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਜਾਣ ਤੋਂ ਪਹਿਲਾਂ ਹਲਕਾ ਅਮਲੋਹ ਦੇ ਵੋਟਰਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋਵੋ, ਕੀਤੀ ਜਾ ਸਕਦੀ ਹੈ ਜੀ? ਬੈਣੀਪਾਲ ਸਾਹਿਬ, ਮੇਰੀ ਤਾਂ ਤੁਹਾਡੇ ਦਰਸ਼ਕਾਂ ਨੂੰ, ਅਮਲੋਹ ਹਲਕੇ ਦੇ ਵੋਟਰਾਂ ਨੂੰ, ਇਨਫੈਕਟ ਸਾਰੇ ਪੰਜਾਬ ਦੇ ਵੋਟਰਾਂ ਨੂੰ ਇੱਕੋ ਹੀ ਅਪੀਲ ਹੈ ਕਿ ਆਪਾਂ
ਪਿਛਲੇ ਜਦੋਂ ਦੇ ਆਜ਼ਾਦ ਹੋਏ ਆ ਉਦੋਂ ਆਪਾਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈ ਇਹਨਾਂ ਨੂੰ ਮੌਕਾ ਦਿੰਦੇ ਆਏ ਆ ਤੇ ਇਹ ਜਿਹੜੀਆਂ ਪਾਰਟੀਆਂ ਨੇ ਇਹ ਕੁਝ ਘਰਾਣੇ ਚਲਾਉਂਦੇ ਆਏ ਨੇ। ਜਿਹੜੇ ਆਪਸ ਚ ਸਾਰੇ ਰਿਸ਼ਤੇਦਾਰ ਨੇ। ਆਜ਼ਾਦੀ ਤੋਂ ਪਹਿਲਾਂ ਇਹ ਰਾਜੇ ਮਹਾਰਾਜੇ ਸਰਦਾਰ ਜਗੀਰਦਾਰ ਘਰਾਣੇ ਸੀਗੇ। ਆਜ਼ਾਦੀ ਤੋਂ ਬਾਅਦ ਇਹ ਜਿਹੜੀ ਡੈਮੋਕ੍ਰੈਟਿਕ ਪੋਲਿਟਿਕਸ ਹੈ ਇਹਦੇ ਵਿੱਚ ਆਏ ਤੇ ਉਹਨੂੰ ਇਹ ਚਲਾਉਂਦੇ ਆਏ ਨੇ ਤੇ ਆਪਸ ਚ ਸਾਰੇ ਰਿਸ਼ਤੇਦਾਰ ਨੇ। ਤੇ ਇੱਕ ਵਾਰ ਆਪਾਂ ਕਿਸੇ ਆਮ ਘਰਾਂ ਦੇ ਬੰਦਿਆਂ ਨੂੰ ਮੌਕਾ ਦਈਏ, ਇੱਕ ਵਾਰ ਇਹੋ ਜਿਹੇ ਬੰਦੇ ਨੂੰ ਮੌਕਾ ਦਈਏ ਜਿਹੜਾ ਮੱਧ ਵਰਗੀ ਜਾਂ ਆਮ ਪਰਿਵਾਰ ਨੂੰ ਪਰਿਵਾਰਕ ਪਿਛੋਕੜ ਨੂੰ ਜਿਹੜਾ ਬਿਲੋਂਗ ਕਰਦਾ ਹੈ। ਮੈਂ ਇੱਕ ਉਦਾਹਰਨ ਆਪਣੀਆਂ ਹਰੇਕ ਮੀਟਿੰਗਾਂ ਦੇ ਵਿੱਚ ਦਿੰਦਾ ਹੁੰਦਾ ਕਿ ਆਪਣੇ ਪਰਿਵਾਰਾਂ 'ਚ ਅਕਸਰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਘਰ ਦੇ ਵਿੱਚ ਫਲਾਣਾ ਮਰੀਜ਼ ਸੀਗਾ, ਉਹ ਜਿਹੜਾ ਮਰੀਜ਼ ਹੈ ਡਾਕਟਰ ਨੇ ਕਹਿਤਾ ਕਿ ਇਹਨੂੰ ਘਰੇ ਲੈ ਕੇ ਸੇਵਾ ਕਰ ਲਓ। ਘਰੇ ਲੈ ਜਾ ਕੇ ਸੇਵਾ ਕਰਨ ਦਾ ਮਤਲਬ ਇਹ ਤਾਂ ਬਿਲਕੁਲ ਨਹੀਂ ਹੁੰਦਾ ਕਿ ਘਰੇ ਲੈ ਜਾ ਕੇ ਸੇਵਾ ਕਰਨਾ ਮਰੀਜ਼ ਠੀਕ ਹੋ ਜਾਊਗਾ। ਉਹਦਾ ਮੋਟਾ-ਮੋਟਾ ਮਤਲਬ ਇਹ ਹੁੰਦਾ ਹੈ ਕਿ ਵੀ ਘਰੇ ਲੈ ਜਾ ਕੇ ਹਸਪੀਟਲ ਦੇ ਵਿੱਚ ਜਿਹੜਾ ਇਲਾਜ ਹੈ ਉਹ ਇੰਨਾ ਕੁ ਮਹਿੰਗਾ ਪੈ ਜਾਣਾ, ਬੰਦੇ ਦੇ ਬਚਣ ਦੇ ਚਾਂਸ ਘੱਟ ਨੇ, ਪਰਿਵਾਰ ਤੋਂ ਝੱਲ ਨਹੀਂ ਹੋਣਾ, ਇਸ ਕਰਕੇ ਘਰੇ ਲੈ ਜਾਓ। ਤੇ ਆਪਣੇ ਪਰਿਵਾਰ ਨੇ ਜਿਹੜੇ ਉਹ ਇਲਾਜ ਸਰਕਾਰੀ ਇਲਾਜ ਦੇ ਨਾ ਹੁੰਦੇ ਹੋਏ ਆਪਣੇ ਜੀ ਨੂੰ ਖੋ ਬੈਠਦੇ ਨੇ। ਤਾਂ ਆਪਾਂ ਕਿਉਂ ਨਾ ਕਰਾਈਏ। ਤਾਂ ਇਹ ਜਿਹੇ ਨੁਮਾਇੰਦੇ ਚੁਣੋ ਜਿਨ੍ਹਾਂ ਨੇ ਇਹ ਦਰਦ ਦੇਖਿਆ। ਜੇ ਆਪਾਂ ਰਾਜੇ ਮਹਾਰਾਜਿਆਂ ਨੂੰ ਜਾਂ ਮਾਫੀਆ ਦੇ ਬੰਦਿਆਂ ਨੂੰ ਚੁਣਾਂਗੇ ਜਿਨ੍ਹਾਂ ਦੇ ਪਰਿਵਾਰਾਂ 'ਚ ਪੈਸੇ ਦੀ ਕਦੇ ਕੋਈ ਕਮੀ ਨਹੀਂ ਰਹੀ, ਪ੍ਰਾਈਵੇਟ ਇਲਾਜ ਦੀ ਕੋਈ ਕਮੀ ਨਹੀਂ ਰਹੀ, ਜੇ ਆਪਾਂ ਉਹਨਾਂ ਨੁਮਾਇੰਦਿਆਂ ਨੂੰ ਚੁਣਾਂਗੇ ਤਾਂ ਉਹਨਾਂ ਨੇ ਉਹੀ ਕੰਮ ਕਰਨੇ ਜਿਹੜੇ ਕਰਦੇ ਆਏ ਨੇ। ਜੇ ਆਪਾਂ ਆਮ ਲੋਕਾਂ ਨੂੰ ਚੁਣਾਂਗੇ, ਆਪਣੇ ਪਰਿਵਾਰਾਂ ਦੇ ਜੀਆਂ ਨੂੰ ਚੁਣਾਂਗੇ, ਆਪਾਂ ਉਹਨਾਂ ਲੋਕਾਂ ਨੂੰ ਚੁਣਾਂਗੇ ਜਿਨ੍ਹਾਂ ਨੇ ਆਪਣੀ ਦੁੱਖ ਤਕਲੀਫ, ਆਪਣਾ ਦਰਦ ਆਪਣੇ ਪਰਿਵਾਰ 'ਚ ਆਪਣੇ ਪਰਿਵਾਰ 'ਚ ਦੇਖਿਆ, ਆਪਣੇ ਪਿੰਡੇ ਤੇ ਹੰਢਾਇਆ, ਤਾਂ ਉਹ ਲੋਕ ਨੇ ਜਿਹੜੇ ਉਹ ਤੁਹਾਡੇ ਦਰਦਾਂ ਤੇ ਮੱਲਮ ਲਾਉਣਗੇ, ਉਹ ਤੁਹਾਡੇ ਦਰਦਾਂ ਦਾ ਹੱਲ ਕੱਢਣਗੇ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਜ਼ਿਆਦਾਤਰ ਲਗਭਗ ਸਾਰੇ ਜਿਹੜੇ ਸਾਡੇ ਐਮਐਲਏ ਦੇ ਕੈਂਡੀਡੇਟ ਨੇ ਉਹ ਆਮ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ। ਮੈਂ ਵੀ ਬਿਲਕੁਲ ਸਧਾਰਨ ਫੈਮਿਲੀ ਨੂੰ ਬਿਲੋਂਗ ਕਰਦਾ। ਤਾਂ ਇੱਕ ਮੌਕਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਦੇ ਕੇ ਦੇਖਿਆ ਜਾਵੇ, ਇੱਕ ਮੌਕਾ ਆਪਣੇ ਆਪ ਨੂੰ ਦੇ ਕੇ ਦੇਖਿਆ ਜਾਵੇ। ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਸਮਾਂ ਦੇਣ ਦੇ ਵਾਸਤੇ। ਇਸ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਗੱਲਬਾਤ ਹੁੰਦੀ ਰਹੇਗੀ। ਇੱਕ ਵਾਰੀ ਫੇਰ ਸ਼ੁਭ ਇਸ਼ਾਵਾਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਦੋਸਤੋ, ਇਹ ਸਨ ਹਲਕਾ ਅਮਲੋਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਉਰਫ ਗੈਰੀ ਵੜਿੰਗ। ਉਹਨਾਂ ਨੇ ਦੱਸ ਦਿੱਤਾ ਕਿ ਉਹਨਾਂ ਨੂੰ ਵੋਟ ਕਿਉਂ ਪਾਈ ਜਾਵੇ। ਦੂਸਰੇ ਉਮੀਦਵਾਰਾਂ ਨੂੰ ਵੀ ਸਾਡਾ ਖੁੱਲ੍ਹਾ ਸੱਦਾ ਹੈ ਕਿ ਤੁਹਾਡੇ ਵਾਸਤੇ ਵੀ ਸਾਡਾ ਪਲੇਟਫਾਰਮ ਉਪਲਬਧ ਹੈ, ਭਾਵੇਂ ਉਹ ਕਾਂਗਰਸ ਦੇ ਨੇ, ਭਾਵੇਂ ਅਕਾਲੀ ਬਸਪਾ ਦੇ ਨੇ, ਭਾਵੇਂ ਕਿਸਾਨਾਂ ਨਾਲ ਸੰਬੰਧਿਤ ਨੇ, ਭਾਵੇਂ ਕੋਈ ਆਜ਼ਾਦ ਤੌਰ ਤੇ ਵੀ ਚੋਣ ਲੜ ਰਿਹਾ ਹੈ। ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ, ਪਰ ਅਸੀਂ ਵੀ ਉਹਨਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਸੰਪਰਕ ਕਰਾਂਗੇ। ਤੇ ਇਸੇ ਤਰ੍ਹਾਂ ਜੇਕਰ ਕੋਈ ਹੋਰ ਹਲਕੇ ਦਾ ਉਮੀਦਵਾਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਆਪਣੀ ਗੱਲਬਾਤ ਦਰਸ਼ਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹੋਵੇ, ਤਾਂ ਪ੍ਰੋਗਰਾਮ ਚੋਣ ਦੰਗਲ ਦੇ ਵਿੱਚ ਉਹਨਾਂ ਦਾ ਸਵਾਗਤ ਰਹੇਗਾ। ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਿਆ, ਕਿਰਪਾ ਕਰਕੇ ਕੀਮਤੀ ਰਾਏ ਕਮੈਂਟ ਬਾਕਸ ਦੇ ਵਿੱਚ ਛੱਡ ਦੇਣੀ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।